ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਵਾਹਿਗੁਰੂ। ਸ੍ਰੀ ਅਰਜਨ ਬਿਗਨਨ ਕੇ ਨਾਸ, ਬਿਗਨਨ ਕੇ ਨਾਸਕ। ਸ੍ਰੀ ਹਰਿ ਗੋਬਿੰਦ ਸੁਭ ਸਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਸਤਿਗੁਰ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਾਰਾਂ ਤਾਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਜੋ ਜਾਚਿਓ ਸੁਥਰੇ ਕੋ ਦਇਓ, ਸਿਰੇ ਪਉ ਪੁਨ ਹੋਵਤ ਭਇਓ। ਅਦਭੁਤ ਹੋਰੀ ਸਤਿਗੁਰ ਕਰੀ, ਸੰਗਤ ਕਰ ਦਰਸ਼ਨ ਮੁਦ ਭਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਿਰਾਜਮਾਨ ਹੋ ਰਹੀ ਗੁਰੂ ਕੀ ਸੰਗਤ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਤਿਹਾਸ ਸਰਵਨ ਕਰਨ ਵਾਸਤੇ ਆਪਾਂ ਗੁਰੂ ਦਰਬਾਰ ਵਿੱਚ ਪਹੁੰਚੇ ਹਾਂ। ਪਿਛਲੇ ਦੀਵਾਨ ਵਿੱਚ ਬਚਨ ਸਰਵਨ ਕੀਤੇ ਕਿ ਸੰਗਤਾਂ ਮਹਾਰਾਜ ਦੀਆਂ ਬੜੀਆਂ ਸੋਹਣੀਆਂ ਲੱਗ ਰਹੀਆਂ। ਸਾਰਿਆਂ ਦੇ ਇੱਕੋ ਜਿਹਾ ਰੂਪ ਰੰਗ ਵੇਖ ਕੇ ਭਾਈ ਸੁਥਰਾ ਜੀ ਦੇ ਮਨ ਵਿੱਚ ਵਿਚਾਰ ਆਈ ਕਿ ਸੰਗਤ ਨੂੰ ਕਿਤੇ ਨਜ਼ਰ ਨਾ ਲੱਗ ਜਾਵੇ। ਆਪਣੇ ਸਰੀਰ ਦੇ ਉੱਪਰ ਕਾਲਾ ਰੰਗ ਕਾਲਖ ਮਲ ਕੇ, ਆਪਣੇ ਮੂੰਹ ਤੇ ਪਿੰਡੇ, ਸਰੀਰ ਤੇ ਕਾਲਖ ਮਲ ਕੇ ਤੇ ਸੰਗਤ ਦੀਆਂ ਪਹਿਲਾਂ ਬਾਹਰੋਂ ਪਰਿਕਰਮਾ ਕੀਤੀਆਂ, ਫਿਰ ਵਿੱਚ ਆ ਕੇ ਪਰਿਕਰਮਾ ਕੀਤੀਆਂ। ਮਹਾਰਾਜ ਵੇਖ ਕੇ ਹੱਸ ਪਏ ਤੇ ਪੁੱਛਿਆ ਵੀ ਸੁਥਰੇ ਸ਼ਾਹ ਇਹ ਕੀ ਕਰਦੇ ਪਏ? ਤੇ ਭਾਈ ਸੁਥਰਾ ਕਹਿਣ ਲੱਗਾ, ਮਹਾਰਾਜ ਤੁਹਾਡੀ ਸੰਗਤ ਬੜੀ ਸੋਹਣੀ ਲੱਗਦੀ ਪਈ ਆ, ਕਿਤੇ ਨਜ਼ਰ ਨਾ ਲੱਗ ਜਾਵੇ, ਮੈਂ ਨਜ਼ਰ ਉਤਾਰਦਾ ਪਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਸੁਣ ਕੇ ਬੜੇ ਖੁਸ਼ ਹੋਏ। ਭਾਈ ਸੁਥਰੇ ਜੀਆਂ ਨੂੰ ਮਹਾਰਾਜ ਨੇ ਕਿਰਪਾ ਦੇ ਨਾਲ ਨਿਹਾਲ ਕੀਤਾ। ਨਾਲ ਹੀ ਬਚਨ ਆਖਿਆ, ਭਾਈ ਸੁਥਰਾ ਸ਼ਾਹ ਜੀ ਇਹ ਸਾਡੀ ਸੰਗਤ ਗੁਰੂ ਕਾ ਖਾਲਸਾ ਹੈ, ਇਹਨੂੰ ਕਦੇ ਕਿਸੇ ਦੀ ਨਜ਼ਰ ਨਹੀਂ ਲੱਗੇਗੀ। ਇਹ ਐਸਾ ਅਸੀਂ ਖਾਲਸਾ ਪੈਦਾ ਕੀਤਾ। ਇਸ ਤਰ੍ਹਾਂ ਭਾਈ ਸੁਥਰੇ ਸ਼ਾਹ ਨੂੰ ਮਹਾਰਾਜ ਨੇ ਨਿਹਾਲ ਕੀਤਾ। ਅੱਗੇ ਜਿਵੇਂ ਮਹਾਰਾਜ ਕਿਰਪਾ ਕਰਦੇ ਆਓ ਸਰਵਨ ਕਰੀਏ, ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਅਦਭੁਤ ਹੋਰੀ ਸਤਿਗੁਰ ਕਰੀ। ਇਸ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ
ਬੜੀ ਹੈਰਾਨੀਜਨਕ ਹੋਲੀ ਮਹਾਰਾਜ ਨੇ ਖੇਡੀ ਹੈ, ਐਸੀ ਕਿਰਪਾ ਕੀਤੀ ਹੈ। ਸੰਗਤ ਕਰ ਦਰਸ਼ਨ ਮੁੱਦ ਭਰੀ, ਸੰਗਤਾਂ ਜਿਹੜੀਆਂ ਨੇ ਉਹ ਦਰਸ਼ਨ ਕਰਕੇ ਤੇ ਉਸ ਵੇਲੇ ਖੁਸ਼ੀ ਪ੍ਰਾਪਤ ਕਰਦੀਆਂ। ਗੁਰਮੁਖੋ ਹੋਲੀ ਦਾ ਤਿਉਹਾਰ ਹਿੰਦੂ ਮਤ ਵਿੱਚ ਵੀ ਖੇਡਿਆ ਜਾਂਦਾ ਹੈ, ਪਰ ਉਹਦੇ ਵਿੱਚ ਲੋਕ ਦੁਰਬਚਨ ਬੋਲਦੇ, ਮਾੜੇ ਬਚਨ ਬੋਲਦੇ, ਹੋਲੀ ਦਾ ਆਸਰਾ ਲੈ ਕੇ ਦੂਜਿਆਂ ਨੂੰ ਕਲਪਾਉਣ ਵਾਲੀਆਂ ਗੱਲਾਂ, ਦੁਖੀ ਕਰਨ ਵਾਲੀਆਂ ਗੱਲਾਂ ਕਰਦੇ, ਵਕਾਰ ਨੂੰ ਵਧਾਉਣ ਵਾਲੀਆਂ ਗੱਲਾਂ ਕਰਦੇ, ਹੋਲੀ ਦੀ ਆੜ ਲੈ ਕੇ, ਹੋਲੀ ਦਾ ਸਹਾਰਾ ਲੈ ਕੇ। ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਜਿਹੜੀ ਹੋਲੀ ਖੇਡੀ ਹੈ ਨਾ, ਇਹਦੇ ਵਿੱਚ ਮਹਾਰਾਜ ਨੇ ਅਸ਼ਲੀਲ ਗੱਲਾਂ ਦਾ ਰੋਕ ਲਾਈ ਹੈ, ਵੀ ਐਸਾ ਕੋਈ ਮਾੜਾ ਬਚਨ ਨਹੀਂ ਕਹਿਣਾ ਔਰ ਕਿਸੇ ਨੂੰ ਤੰਗ ਨਹੀਂ ਕਰਨਾ, ਕਿਸੇ ਨੂੰ ਕਲਪਾਉਣਾ ਨਹੀਂ, ਸਹਿਮਤੀ ਮਰਜ਼ੀ ਦੇ ਨਾਲ ਕਾਰਜ ਕਰਨਾ। ਐਸੀ ਹੋਲੀ ਮਹਾਰਾਜ ਨੇ ਖੇਡੀ ਹੈ। ਕੌਣ ਸਕੈ ਕਰ ਅਸਕਲ ਕਾਲ, ਕਲਯੁਗ ਦੇ ਵਿੱਚ ਭਾਈ ਐਸੇ ਕੌਤਕ ਗੁਰੂ ਬਿਨਾ ਕੋਈ ਕਰ ਨਹੀਂ ਸਕਦਾ ਹੈ। ਸਤਿਗੁਰ ਸਕਲ ਸ਼ਕਤ ਕੇ ਨਾਲ, ਸਤਿਗੁਰੂ ਪਾਤਸ਼ਾਹ ਸਮਰੱਥ ਨੇ ਭਾਈ, ਸਾਰੀਆਂ ਸ਼ਕਤੀਆਂ ਕਰਾਮਾਤਾਂ ਦੇ ਸਮੇਤ ਨੇ, ਜੋ ਚਾਹੁਣ ਉਹ ਮਹਾਰਾਜ ਕਰਦੇ ਹਨ। ਸਗਰੀ ਸੰਗਤ ਕੋ ਸੁਖ ਦੇ, ਸਤਿਗੁਰੂ ਪਾਤਸ਼ਾਹ ਸਾਰੀ ਸੰਗਤ ਨੂੰ ਸੁਖ ਦਿੰਦੇ। ਜਿਹੜੀਆਂ ਸੰਗਤਾਂ ਆਉਂਦੀਆਂ ਨਾ ਚੱਲ ਕੇ, ਕੋਈ ਦੂਰੋਂ ਚੱਲ ਕੇ ਆਉਂਦਾ, ਕੋਈ ਨੇੜੋਂ ਆਉਂਦਾ, ਕੋਈ ਹਰ ਰੋਜ਼ ਆਉਂਦਾ, ਕੋਈ ਕਦੇ ਕਤਾਈ ਆਉਂਦਾ, ਗੁਰੂ ਗੋਬਿੰਦ ਸਿੰਘ ਮਹਾਰਾਜ ਮਿਹਰ ਦੀ ਦ੍ਰਿਸ਼ਟੀ ਨਾਲ ਤੱਕ ਕੇ ਸੰਗਤਾਂ ਉੱਪਰ ਖੁਸ਼ੀ ਕਰਦੇ ਹਨ। ਅਨੇਕ ਬਿਲਾਸਨ ਬਿਲਸਤ ਭਏ, ਅਨੇਕ ਤਰ੍ਹਾਂ ਦੇ ਕੌਤਕ ਗਰੀਬ ਨਵਾਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਸਾਹਿਬ ਜੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਰਚਦੇ ਹਨ। ਦੋਹਰਾ ਅਚਰਜ ਵਿਦ ਤਿਉ ਪੰਥ ਜਗ ਕਿਸੂ ਨ ਮੰਨੈ ਕਾਨ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਜਿਹੜਾ ਖਾਲਸਾ ਪੰਥ ਪੈਦਾ ਕੀਤਾ ਨਾ ਗੁਰਮੁਖੋ, ਇਹ ਬੜਾ ਹੀ ਅਦਭੁਤ ਹੈ, ਬੜਾ ਹੀ ਸੁੰਦਰ ਹੈ। ਔਰ ਸਾਰਿਆਂ ਤੋਂ ਵੱਡੀ ਗੱਲ ਇਹ ਹੈ ਵੀ ਇਹ ਕਿਸੇ ਦੀ ਕਾਣ ਘਨੌੜ ਨਹੀਂ ਮੰਨਦਾ। ਜਿਹੜੇ ਉਸ ਵੇਲੇ ਜਾਤੀ ਅਭਿਮਾਨ ਦੇ ਲੋਕ ਸਨ ਵੀ ਮੈਂ ਠਾਕੁਰ ਹਾਂ, ਮੈਂ ਫਲਾਣਾ ਹਾਂ, ਮੈਂ ਧਨਾੜ ਹਾਂ, ਮੈਂ ਮਾਇਆ ਧਾਰੀ ਹਾਂ, ਮੈਂ ਸ਼ਾਹੂਕਾਰ ਹਾਂ, ਮੈਂ ਚੌਧਰੀ ਹਾਂ। ਲੱਖ ਹੋਣਗੇ ਚੌਧਰੀ ਠਾਕੁਰ ਆਪਣੇ ਘਰਾਂ ਦੇ ਵਿੱਚ, ਪਰ ਖਾਲਸਾ ਕਿਸੇ ਦੀ ਐਂਠ ਨੂੰ ਮੰਨਦਾ ਨਹੀਂ, ਕਿਸੇ ਦੀ ਆਕੜ ਹੰਕਾਰ ਨੂੰ ਮੰਨਦਾ ਨਹੀਂ, ਕਿਸੇ ਨੂੰ ਨੱਕ ਥੱਲੇ ਨਹੀਂ ਲਿਆਉਂਦਾ। ਗੁਰੂ ਕਾ ਖਾਲਸਾ ਐਸਾ ਚੜ੍ਹਦੀ ਕਲਾ ਵਾਲਾ ਮਹਾਰਾਜ ਨੇ ਪੈਦਾ ਕੀਤਾ ਵੀ ਇਸ ਵੇਲੇ ਕਿਸੇ ਦੀ ਈਣ ਨੂੰ ਮੰਨਣ ਵਾਲਾ ਨਹੀਂ, ਕਿਸੇ ਦੀ ਕਹਿ ਲਈਏ ਵੀ ਲੱਤ ਥੱਲਿਓਂ ਲੰਘਣ ਵਾਲਾ ਨਹੀਂ ਹੈ। ਐਸਾ ਮਹਾਰਾਜ ਨੇ ਚੜ੍ਹਦੀ ਕਲਾ ਵਾਲਾ ਪੰਥ ਪੈਦਾ ਕੀਤਾ ਹੈ। ਤੇਗ ਤੇਗ ਕੇ ਬਲੀ ਬੜ ਬਾਂਕੇ ਵੀਰ ਸੁਜਾਨ, ਸਤਿਗੁਰਾਂ ਦੇ ਲੰਗਰ ਦੇ ਵਿੱਚ ਗੁਰਮੁਖੋ ਦੇਖ ਕਹੀਏ ਵੀ ਲੰਗਰ ਹਰ ਵੇਲੇ ਬੇਅੰਤ ਕਈ ਤਰ੍ਹਾਂ ਦੇ ਪਦਾਰਥ ਬਣਦੇ ਤੇ ਪੱਕਦੇ, ਤੇ ਜਿੱਥੇ ਗੁਰੂ ਪਾਤਸ਼ਾਹ ਦੇ ਲੰਗਰ ਚੱਲਦੇ ਉੱਥੇ ਨਾਲ ਮਹਾਰਾਜ ਨੇ ਆਪਣੇ ਖਾਲਸੇ ਨੂੰ ਤੇਗ ਦਾ ਵੀ ਬਲੀ ਬਣਾਇਆ, ਸ਼ਸਤਰ ਧਾਰੀ ਬਣਾਇਆ। ਕੱਲਾ ਇਹ ਨਹੀਂ ਵੀ ਲਾਂਗਰੀ ਬਣ ਕੇ ਦੁਨੀਆ ਦੀ ਸੇਵਾ ਕਰਦੇ ਰਹੋ ਤੇ ਆਪਣਾ ਹੱਕ ਮੰਗ ਕੇ ਤੇ ਮਾਰ ਖਾਂਦੇ ਰਹੋ, ਐਸਾ ਨਹੀਂ। ਜਿੱਥੇ ਮਹਾਰਾਜ ਨੇ ਲੰਗਰ ਦੀ ਪ੍ਰਥਾ ਤੋਰੀ ਹੈ ਕਿ ਭੁੱਖੇ ਦਾ ਪੇਟ ਭਰਨਾ ਹੈ, ਸ਼ਰਨ ਆਏ ਦੀ ਉੱਥੇ ਰਾਖੀ ਕਰਨੀ ਹੈ, ਉੱਥੇ ਆਪਣੀ ਰੱਖਿਆ ਵਾਸਤੇ ਵੀ ਮਹਾਰਾਜ ਨੇ ਸ਼ਸਤਰ ਪਹਿਨਾਏ, ਸ਼ਸਤਰ ਧਾਰੀ ਬਣਾਇਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ। ਐਸੇ ਮਹਾਰਾਜ ਦੇ ਡਾਢੇ ਜਵਾਨ ਸੂਰਮੇ ਜਿਹੜੇ ਕਿਸੇ ਦੀ ਕਹੀ ਹੋਈ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ। ਚੌਪਈ ਕਹਿਓ ਕਿਸੂ ਕੋ ਕਹਿਓ ਨ ਮਾਨੋ, ਕਿਸੇ ਦਾ ਕਿਹਾ ਹੋਇਆ ਬਚਨ, ਭਾਵੇਂ ਕੋਈ ਰਾਜਾ ਹੈ, ਕੋਈ ਸ਼ਾਹੂਕਾਰ ਹੈ, ਕੋਈ ਨੰਬਰਦਾਰ ਹੈ, ਕੋਈ ਚੌਧਰੀ ਹੈ, ਕੋਈ ਇਲਾਕੇ ਵਿੱਚ ਰਹਿਣ ਵਾਲਾ ਹੈ, ਕੋਈ ਇਲਾਕੇ ਦਾ ਮੋਹਤਬਾਰ ਹੈ, ਖਾਲਸਾ ਇਸ ਵੇਲੇ ਕਿਸੇ ਕੋਲੋਂ ਡਰਦਾ ਨਹੀਂ, ਕਿਸੇ ਦੇ ਹੁਕਮ ਨੂੰ ਆਪਣੇ ਨੇੜੇ ਨਹੀਂ ਆਉਣ ਦਿੰਦਾ ਹੈ। ਹੋਰ ਮੜੀ ਨ ਅਨਾਦਰ ਠਾਨ, ਇਸੇ ਤਰ੍ਹਾਂ ਗੁਰਮੁਖੋ ਜਿਹੜੀਆਂ ਕਬਰਾਂ ਨੇ, ਮੁਰਦੇ ਜਿੱਥੇ ਮਰ ਕੇ ਤੇ ਦੱਬੇ ਜਾਂਦੇ, ਕਬਰਾਂ, ਕਬਰਸਤਾਨ, ਤੇ ਮੜੀ ਉਸ ਨੂੰ ਕਿਹਾ ਜਾਂਦਾ ਜਿਹੜੀਆਂ ਸਮਾਧਾਂ ਬਣ ਜਾਂਦੀਆਂ, ਜਿੱਥੇ ਬਾਅਦ ਵਿੱਚ ਪੂਜਾ ਸ਼ੁਰੂ ਹੋ ਜਾਂਦੀ ਹੈ। ਮਹਾਰਾਜ ਨੇ ਖਾਲਸੇ ਨੂੰ ਇਹੋ ਜਿਹਾ ਆਤਮ ਨਿਰਭਰ ਬਣਾਇਆ, ਇਹੋ ਜਿਹਾ ਗਿਆਨ ਬਖਸ਼ਿਆ। ਮਹਾਰਾਜ ਦਾ ਖਾਲਸਾ ਨਾ ਕਬਰਾਂ ਨੂੰ ਮੰਨਦਾ, ਮੁਰਦਿਆਂ ਦੀ ਜਗ੍ਹਾ, ਨਾ ਸਮਾਧਾਂ ਪੂਜਣ ਵਾਲਿਆਂ ਦੀ ਜਗ੍ਹਾ ਨੂੰ ਮੰਨਦਾ ਨਹੀਂ, ਨੇੜੇ ਨਹੀਂ ਆਉਣ ਦਿੰਦਾ। ਕਬਰਾਂ ਤੇ ਸਮਾਧਾਂ ਦੇ ਵੱਲ ਵੇਖਦਾ ਹੀ ਨਹੀਂ। ਨਾ ਡਰ ਰਹਿ ਗਿਆ, ਨਾ ਭੈ ਰਹਿ ਗਿਆ। ਡਰ ਭੈ ਤੋਂ ਰਹਿਤ ਹੋ ਗਿਆ ਗੁਰੂ ਕਾ ਖਾਲਸਾ। ਕਬਰ ਦਾ ਡਰ, ਮੜੀ ਦਾ ਡਰ, ਭੂਤ ਦਾ ਡਰ, ਪ੍ਰੇਤ ਦਾ ਡਰ, ਮੁਰਦੇ ਦਾ ਡਰ, ਇਹ ਡਰ ਸਾਰੇ ਖਤਮ ਕਰ ਦਿੱਤੇ ਮਹਾਰਾਜ।
ਐਸੀ ਮਹਾਰਾਜ ਜੀਆਂ ਨੇ ਇਸ ਖਾਲਸੇ ਨੂੰ ਤਾਕਤ ਬਖਸ਼ੀ ਹੈ। ਗੁਰ ਕੀ ਆਇਸ ਕੋ ਦਿੜ ਰੱਖੈ, ਗੁਰੂ ਦੀ ਆਗਿਆ ਨੂੰ ਬਸ ਪੱਕਾ ਰੱਖਣਾ ਵੀ ਜੋ ਗੁਰੂ ਨੇ ਕਿਹਾ ਨਾ, ਗੁਰ ਕਹਿਆ ਸਾਕਾਰ ਕਮਾਵੋ। ਗੁਰੂ ਦਾ ਬਚਨ ਜ਼ਿੰਦਗੀ ਵਿੱਚ ਕਮਾਉਣਾ, ਉਹਦੇ ਤੋਂ ਥੱਲੇ ਕਿਸੇ ਦੀ ਕਾਨ ਕਨੌੜ ਨਹੀਂ ਮੰਨਣੀ ਹੈ, ਕਿਸੇ ਦੇ ਭੈ ਵਿੱਚ ਨਹੀਂ ਰਹਿਣਾ ਹੈ। ਸਦਾ ਜੰਗ ਕੋ ਅਭਲਾਖੈ, ਮਹਾਰਾਜ ਦੇ ਸੂਰਮੇ ਹਰ ਵੇਲੇ ਜੰਗ ਹੀ ਚਾਹੁੰਦੇ। ਖਾਲਸਾ ਸੋ ਜੋ ਚੜੇ ਤੁਰੰਗ, ਖਾਲਸਾ ਸੋ ਜੋ ਕਰੈ ਨਿਤ ਜੰਗ। ਜਿੱਥੇ ਵਕਾਰਾਂ ਦੇ ਨਾਲ ਹਰ ਵੇਲੇ ਜੰਗ ਕਰਨਾ, ਉੱਥੇ ਜਿਹੜਾ ਸਾਹਮਣੇ ਦੁਸ਼ਮਣ ਚੱਲ ਕੇ ਆਇਆ ਉਹਦੇ ਨਾਲ ਵੀ ਜੰਗ ਕਰਨਾ ਹੈ। ਮਹਾਰਾਜ ਦੇ ਸੂਰਮੇ ਐਸੇ ਵੀਰ ਬਾਂਕੇ ਨੇ, ਸ਼ਸਤਰ ਧਾਰੀ ਨੇ, ਹਰ ਵੇਲੇ ਜੰਗ ਦੀ ਇੱਛਾ ਰੱਖਦੇ ਹਨ। ਉੱਚੋ ਮਤ ਸਭ ਤੇ ਸੋਚ ਰਹੈ, ਤੇ ਮਹਾਰਾਜ ਜੀਆਂ ਨੇ ਉੱਚਾ ਮਤ ਬਖਸ਼ਿਸ਼ ਕੀਤਾ ਤੇ ਸੁਚਮਤਾਈ ਵੀ ਨਾਲ ਬਖਸ਼ੀ ਹੈ। ਭਾਈ ਪ੍ਰਸ਼ਾਦ ਛਕਣ ਵਾਲਾ ਭਾਂਡਾ ਧੋ ਮਾਂਜ ਕੇ ਰੱਖਣਾ, ਹੱਥ ਪੈਰ ਆਪਣੇ ਪ੍ਰਸ਼ਾਦ ਛਕਣ ਵੇਲੇ ਸੁਚੇ ਰੱਖਣਾ, ਸੁਚਮਤਾਈ ਵਰਤਣੀ ਹੈ। ਝੂਠ ਤੇ ਝੂਠ ਦਾ ਪਹਿਰਾ ਨਹੀਂ ਰੱਖਣਾ ਹੈ। ਜਿੱਥੇ ਸੁਚਮ ਬਖਸ਼ੀ ਹੈ ਉੱਥੇ ਉੱਚਾ ਮਤ ਵੀ ਮਹਾਰਾਜ ਨੇ ਬਖਸ਼ਿਆ ਹੈ। ਤਰਕ ਤੁਰਕ ਹਿੰਦੂਨ ਪਰ ਕਹੈ, ਤੇ ਸਤਿਗੁਰਾਂ ਦੇ ਸਿੱਖ ਜਿਹੜੇ ਨੇ ਨਾ, ਫਿਰ ਤਰਕ ਕਰਦੇ ਦੂਜਿਆਂ ਦੇ ਉੱਪਰ। ਜਦੋਂ ਕੋਈ ਮੜੀ ਨੂੰ ਪੂਜਦਾ ਤੇ ਉਹਨੂੰ ਵੇਖ ਕੇ ਆਖਦੇ, ਹਾਂ ਭਾਈ ਕੀ ਦਿੱਤਾ ਮੜੀ ਨੇ, ਦੱਸ ਸਾਨੂੰ ਵੀ ਵਿਖਾ ਕੇ ਜਾ, ਜੋ ਮੜੀ ਕੋਲੋਂ ਤੂੰ ਲੈ ਕੇ ਚੱਲਿਆ। ਉਹਨਾਂ ਉੱਪਰ ਤਰਕ ਵੀ ਕਰਦੇ, ਕਟਾਸ ਵੀ ਕਰਦੇ। ਜਿਹੜਾ ਕੋਈ ਅਣਮਤੀਆ, ਕੋਈ ਮਨਮਤ ਕਰਦਾ ਹੈ ਨਾ, ਉਹਦੇ ਉੱਪਰ ਫਿਰ ਕਟਾਸ ਵੀ ਕਰਦੇ, ਇਹ ਕੀ ਕਰਦਾ ਪਿਆ, ਇੱਥੋਂ ਕੀ ਤੈਨੂੰ ਮਿਲਣਾ ਹੈ। ਤੇ ਭਾਵੇਂ ਉਹ ਰੋਹ ਰੀਤ ਹਿੰਦੂ ਮਤ ਦੀ ਹੋਵੇ ਤੇ ਭਾਵੇਂ ਇਸਲਾਮ ਮੁਸਲਮਾਨਾਂ ਦੀ ਹੋਵੇ, ਦੋਨਾਂ ਦੇ ਉੱਪਰ ਹੀ ਕਟਾਸ ਕਰਦੇ ਵੀ ਇਹ ਗਲਤ ਹੈ। ਮਹਾਰਾਜ ਨੇ ਲਿਖਿਆ, ਹਿੰਦੂ ਅੰਨਾ ਤੁਰਕੂ ਤਾਂ ਕਾਣਾ ਦੋਹਾਂ ਤੇ ਗਿਆਨੀ ਸੇ ਗਿਆਨੀ ਤੋਂ ਭਾਵ ਵਿਚਾਰਵਾਨ, ਸੋਝੀ ਰੱਖਣ ਵਾਲਾ, ਗਿਆਨ ਰੱਖਣ ਵਾਲਾ। ਸੋ ਗੁਰੂ ਕੇ ਸਿੱਖ ਵਿਚਾਰਵਾਨ, ਸੋਝੀਵਾਨ ਹੋ ਗਏ। ਜੇ ਕੋਈ ਗਲਤ ਕਰਮ ਕਰਦਾ ਤੇ ਉੱਥੇ ਤਰਕ ਕਰਦੇ ਨੇ ਵੀ ਇਹ ਕੀ ਕਰਦਾ ਪਿਆ, ਇੱਥੋਂ ਕੀ ਮਿਲੇਗਾ, ਕੀ ਲੈ ਕੇ ਚੱਲਿਆ। ਐਸੀ ਉੱਚੀ ਮਤ ਹੈ। ਦੇਖ ਜਗਤ ਕੇ ਲੋਕ ਕਿਸਾਨ, ਗੁਰਮਖੋ ਲੋਕ ਵੇਖ ਕੇ ਗੁਰੂ ਦੇ ਖਾਲਸੇ ਵਾ ਤੇ ਖੁੰਨਸ ਖਾਂਦੇ, ਈਰਖਾ ਕਰਦੇ। ਇਹ ਕੱਲ ਤੇ ਸਾਡੇ ਨਾਲ ਬੈਠਦੇ ਸੀ, ਕੱਲ ਤੇ ਸਾਡੇ ਵਾਂਗ ਹੀ ਡਰਦੇ ਸੀ, ਕੱਲ ਤੇ ਸਾਡੇ ਵਰਗਾ ਪਹਿਰਾਵਾ ਸੀ, ਅੱਜ ਇਹ ਸਾਡੇ ਤੋਂ ਵੱਖਰੇ ਹੋ ਗਏ। ਇਹਨਾਂ ਦਾ ਖਾਣਾ ਪੀਣਾ ਵੱਖਰਾ ਹੋ ਗਿਆ, ਬੈਠਣਾ ਉੱਠਣਾ ਵੱਖਰਾ ਹੋ ਗਿਆ, ਵਿਚਾਰਧਾਰਾ ਵੱਖਰੀ ਹੋ ਗਈ। ਖੁਣਸ ਖਾਂਦੇ, ਖੁਣਸ ਜਾਂਦੇ। ਮਹਾਰਾਜ ਦੇ ਖਾਲਸੇ ਦੀ ਚੜ੍ਹਦੀ ਕਲਾ ਵੇਖ ਕੇ ਐਸਾ ਸੁੰਦਰ ਸਰੂਪ ਹੈ, ਐਸੇ ਉੱਚੇ ਆਚਰਨ ਹਨ। ਆਪਣੇ ਤੇ ਆਚਾਰ ਸ਼ੁਭ ਜਾਣੈ, ਅਤੇ ਖੁਣਸ ਕਿਸ ਗੱਲ ਦੀ ਹੈ, ਈਰਖਾ ਕਾਦੀ ਹੁੰਦੀ ਹੈ। ਈਰਖਾ ਇਸੇ ਗੱਲ ਦੀ ਹੁੰਦੀ ਹੈ ਨਾ ਵੀ ਜੋ ਇਹਦੇ ਕੋਲ ਹੈ ਮੇਰੇ ਕੋਲ ਨਹੀਂ, ਜਾਂ ਜੋ ਮੇਰੇ ਕੋਲ ਹੈ ਮੇਰੇ ਨਾਲੋਂ ਜ਼ਿਆਦਾ ਚੰਗਾ ਇਹਦੇ ਕੋਲ ਹੈ, ਇਸੇ ਗੱਲ ਦੀ ਈਰਖਾ ਹੁੰਦੀ ਹੈ। ਜਦੋਂ ਕੋਈ ਤੁਹਾਡੇ ਨਾਲ ਈਰਖਾ ਕਰਦਾ ਨਾ, ਸਮਝ ਲਓ ਵੀ ਤੁਹਾਡੇ ਕੋਲ ਕੋਈ ਚੰਗੀ ਚੀਜ਼ ਹੈ ਜਿਹੜੀ ਉਹਦੇ ਕੋਲ ਨਹੀਂ ਹੈ। ਹੁਣ ਮਹਾਰਾਜ ਦੇ ਖਾਲਸੇ ਦੇ ਨਾਲ ਈਰਖਾ ਤਾਂ ਕਰਦੇ ਕਿਉਂਕਿ ਉਹ ਜਾਣਦੇ ਨੇ ਵੀ ਇਹਨਾਂ ਦੇ ਆਚਾਰ ਕਰਤੱਵ, ਰਹਿਣੀ ਬਹਿਣੀ, ਖਾਣਾ ਪੀਣਾ, ਬੰਦਗੀ, ਭਾਉ ਭਗਤੀ ਸਾਡੇ ਨਾਲੋਂ ਉੱਚੀ ਹੈ, ਸਾਡੇ ਨਾਲੋਂ ਵੱਖਰੀ ਹੈ, ਸਾਡੇ ਨਾਲੋਂ ਵੱਡੀ ਹੈ। ਜੋ ਮਰਾਤਬਾ ਇਹਨਾਂ ਨੇ ਪ੍ਰਾਪਤ ਕਰ ਲਿਆ ਗੁਰੂ ਦੀ ਸੰਗਤ ਵਿੱਚ ਆ ਕੇ, ਉਹ ਸਾਨੂੰ ਨਹੀਂ ਮਿਲ ਸਕਿਆ। ਇਸ ਗੱਲ ਦੀ ਖੁੰਨਸ ਖਾਂਦੇ, ਈਰਖਾ ਕਰਦੇ ਹਨ। ਨਿਸ ਦਿਨ ਭਜਨ ਪ੍ਰਤਾਪ ਬਦਨ, ਪਰ ਮਹਾਰਾਜ ਦਾ ਖਾਲਸਾ ਗੁਰਮੁਖੋ ਜਿੱਥੇ ਸ਼ਸਤਰ ਧਾਰੀ ਹੈ ਉੱਥੇ ਭਜਨ ਬੰਦਗੀ ਵੀ ਨਾਲ ਹੀ ਹੈ। ਅੰਮ੍ਰਿਤ ਵੇਲੇ ਉੱਠ ਕੇ ਗੁਰੂ ਦੇ ਖਾਲਸੇ ਬੰਦਗੀ ਵਿੱਚ ਬੈਠ ਜਾਂਦੇ, ਪਾਠ ਪੂਜਾ ਵਿੱਚ ਬੈਠ ਜਾਂਦੇ ਹਨ। ਸਤਨਾਮ ਸਿਮਰੈ ਸੁਖਵੰਤਾ, ਜਿਹੜਾ ਸੱਚਾ ਨਾਮ ਹੈ ਨਾ ਭਾਈ, ਇਹ ਸਦਾ ਸੁਖ ਦਿੰਦਾ। ਨਾਮ ਕਦੇ ਦੁੱਖ ਨਹੀਂ ਦਿੰਦਾ। ਨਾਮ ਜਪਣ ਦਾ ਕੋਈ ਸਮਾਂ ਨਹੀਂ ਹੈ, ਨਾਮ ਜਪਣ ਦੀ ਕੋਈ ਬਹੁਤੀ ਵਿਧੀ ਨਹੀਂ ਹੈ। ਇਹ ਤੇ ਮਹਾਰਾਜ ਕਹਿਣ ਲੱਗੇ, ਜੋ ਪ੍ਰਾਣੀ ਗੋਬਿੰਦ ਧਿਆਵੈ ਪੜਿਆ, ਅਨ ਪੜਿਆ ਪਰਮਗਤ ਪਾਵੈ। ਜਿਹੜਾ ਸੱਚੇ ਨਾਮ ਨੂੰ ਜਪਦਾ ਨਾ, ਉੱਥੇ ਪੜ੍ਹਾਈ ਕਿੰਨੀ ਕੁ ਪੜਿਆ, ਕਿੰਨਾ ਕੋਈ ਨਹੀਂ ਪੜਿਆ, ਇਸ ਗੱਲ ਦੀ ਕੋਈ ਵਿਚਾਰ ਨਹੀਂ ਹੈ। ਹਲਤ ਸੁਖ ਪਲਤ ਸੁਖ, ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ। ਇਹ ਮਹਾਰਾਜ ਦੇ ਬਚਨ ਨੇ। ਤੇ ਕਹਿਣ ਲੱਗੇ ਸੱਚੇ ਨਾਮ ਨੂੰ ਸਿਮਰਦੇ ਤੇ ਸੁਖ ਪ੍ਰਾਪਤ ਕਰਦੇ ਹਨ। ਹਿੰਦੂ ਤੁਰਕ ਹੇਰ ਦੁਖ ਪਾਵੈ, ਜਿਹੜੇ ਹਿੰਦੂ ਲੋਕ ਨੇ ਉਹ ਵੀ ਵੇਖ ਕੇ ਦੁਖੀ ਹੁੰਦੇ, ਤੇ ਜਿਹੜੇ ਮੁਗਲ ਮੁਸਲਮਾਨ ਨੇ ਉਹ ਵੀ ਵੇਖ ਕੇ ਦੁਖੀ ਹੁੰਦੇ ਵੀ ਇਹ ਮਹਾਰਾਜ ਦਾ ਖਾਲਸਾ ਦਿਨੋਂ ਦਿਨੀ ਪ੍ਰਤਾਪ ਇਹਨਾਂ ਦਾ ਵੱਧਦਾ ਹੈ। ਇਹਨਾਂ ਦੀ ਭਗਤੀ ਹੈ, ਇਹਨਾਂ ਕੋਲ ਸ਼ਕਤੀ ਹੈ, ਇਹਨਾਂ ਕੋਲ ਸ਼ਸਤਰ ਨੇ, ਇਹਨਾਂ ਕੋਲ ਗਿਆਨ ਹੈ।
ਇਸ ਤਰ੍ਹਾਂ ਪ੍ਰਤਾਪ ਵੱਧਦਾ ਹੈ। ਸ਼ੁਭ ਸਰੂਪ ਚਿਤ ਜਰਿਓ ਨਾ ਜਾਵੇ। ਕਿਉਂਕਿ ਮਹਾਰਾਜ ਦੇ ਖਾਲਸੇ ਦਾ ਗੁਰਮੁਖੋ ਸਰੂਪ ਜਿਹੜਾ ਨਾ ਬੜਾ ਹੀ ਸੋਹਣਾ ਹੈ। ਰਹਿਣੀ ਬਹਿਣੀ ਬੜੀ ਸੋਹਣੀ ਹੋ ਗਈ ਹੈ, ਖਾਣਾ ਪੀਣਾ ਬੜਾ ਸੋਹਣਾ ਹੋ ਗਿਆ, ਕਪੜਾ ਲਿਬਾਸ ਬੜਾ ਸੋਹਣਾ ਹੋ ਗਿਆ, ਮੜੀ ਮਸਾਨ ਦੀ ਪੂਜਾ ਛੱਡ ਦਿੱਤੀ ਹੈ, ਗਿਆਨ ਨੂੰ ਪ੍ਰਾਪਤ ਹੋ ਗਏ। ਇਹ ਸਾਰੇ ਗੁਣ ਵੇਖ ਕੇ ਇਸ ਕਰਕੇ ਉਹਨਾਂ ਕੋਲੋਂ ਜਰਿਆ ਨਹੀਂ ਜਾਂਦਾ, ਸਹਿਆ ਨਹੀਂ ਜਾਂਦਾ ਵੀ ਇਹ ਸਾਡੇ ਤੋਂ ਅੱਗੇ ਕਿਉਂ ਹਨ। ਜਥਾ ਆਂਖ ਮੈਂ ਤ੍ਰਿਣ ਪਰ ਜਾਏ। ਕਹਿਣ ਲੱਗੇ ਗੁਰਮੁਖੋ ਜੇ ਕਿਸੇ ਦੀ ਅੱਖ ਦੇ ਵਿੱਚ ਕੋਈ ਨਿੱਕਾ ਮੋਟਾ ਤੀਲਾ ਪੈ ਜਾਵੇ, ਆਪਾਂ ਤੁਰੇ ਜਾਂਦੇ ਹੋਈਏ ਤੇ ਹਵਾ ਦਾ ਬੋਲਾ ਆਵੇ ਨਾ, ਕੋਈ ਮਿੱਟੀ ਦਾ ਕਣ, ਕੋਈ ਰੇਤਾ ਦਾ ਕਣ, ਕੋਈ ਕੱਖ ਸਾਡੀ ਅੱਖ ਵਿੱਚ ਜਦੋਂ ਪੈ ਜਾਂਦਾ ਹੈ, ਚੁਬਤ ਅਦਕ ਨਹਿ ਨਿਕਸਨ ਪਾਏ। ਤੇ ਉਹ ਚੁੱਭਦਾ ਬੜਾ, ਅੱਖ ਵਿੱਚੋਂ ਪਾਣੀ ਕੱਢ ਦਿੰਦਾ ਪਰ ਨਿਕਲਦਾ ਨਹੀਂ, ਕਿਉਂਕਿ ਛੋਟਾ ਜਿਹਾ ਨਾ ਹੱਥ ਵਿੱਚ ਨਹੀਂ ਆਉਂਦਾ। ਅੱਖ ਵਿੱਚ ਰੜਕ ਪੈਂਦੀ ਹੈ, ਅੱਖ ਰੜਕਦੀ ਜ਼ਰੂਰ ਹੈ, ਪਾਣੀ ਜ਼ਰੂਰ ਨਿਕਲਦਾ, ਨੀਂਦ ਨਹੀਂ ਆਉਂਦੀ ਹੈ, ਚੁੱਭਦਾ ਪਿਆ। ਅੱਖ ਵਿੱਚ ਕੋਈ ਚੀਜ਼ ਪੈ ਜਾਵੇ ਤੇ ਐਸਾ ਦੁੱਖ ਹੁੰਦਾ ਹੈ। ਇੱਕ ਦਿਨ ਸ਼੍ਰੀ ਕਲਗੀਧਰ ਪਾਸ। ਗੁਰਮੁਖੋ ਇਸੇ ਤਰ੍ਹਾਂ ਮਹਾਰਾਜ ਦਾ ਖਾਲਸਾ ਉਸ ਤੀਲੇ ਵਰਗਾ। ਤੇ ਇਹ ਜਿਹੜੇ ਜਾਤ ਅਭਿਮਾਨੀ ਲੋਕ ਸਨ ਜਾਂ ਜਿਹੜੇ ਮਾਇਆ ਧਾਰੀ ਲੋਕ ਸਨ, ਉਹਨਾਂ ਦੀ ਅੱਖ ਦੇ ਵਿੱਚ ਗੁਰੂ ਦਾ ਖਾਲਸਾ ਤੀਲੇ ਦੇ ਵਾਂਗ ਰੜਕਦਾ ਪਿਆ। ਤੇ ਤੀਲਾ ਅੱਖ ਵਿੱਚ ਪਾਵੇ ਤੇ ਚੈਨ ਨਹੀਂ ਆਉਂਦੀ, ਨੀਂਦ ਨਹੀਂ ਆਉਂਦੀ। ਤੇ ਗੁਰੂ ਦੇ ਖਾਲਸਾ ਵੀ ਤੀਲਾ ਰੂਪ ਹੋ ਕੇ ਡੱਕਾ ਬਣ ਕੇ ਇਹਨਾਂ ਦੀ ਅੱਖਾਂ ਵਿੱਚ ਰੜਕਦਾ ਹੈ। ਇਹਨਾਂ ਨੂੰ ਚੈਨ ਨਹੀਂ ਪੈਂਦਾ ਵੀ ਇਹ ਕਿਸ ਤਰ੍ਹਾਂ ਐਸੇ ਕਿਉਂ ਬਣ ਗਏ ਨੇ। ਇਸ ਤਰ੍ਹਾਂ ਰੜਕਦੇ ਪਏ ਹਿੰਦੂਆਂ ਦੇ ਅੰਦਰ ਵੀ ਔਰ ਮੁਸਲਮਾਨਾਂ ਦੇ ਅੰਦਰ ਵੀ। ਕਹਿਣ ਲੱਗੇ ਇੱਕ ਦਿਨ ਮਹਾਰਾਜ ਸਾਹਿਬ ਜੀਆਂ ਨੇ ਹੱਸ ਕੇ ਬਚਨ ਆਖੇ ਹਨ। ਇਹ ਬਿਰਤੰਤ ਬਹੁ ਕਰੇ ਪ੍ਰਕਾਸ਼। ਤੇ ਸਤਿਗੁਰੂ ਪਾਤਸ਼ਾਹ ਇੱਕ ਦਿਨ ਸ੍ਰੀ ਕਲਗੀਧਰ ਪਾਸ, ਇੱਕ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਕੋਲ ਇਹ ਬਰਤਾਂਤ ਚੱਲਿਆ ਹੈ। ਸੁਨ ਕਰ ਸ਼੍ਰੀ ਮੁਖ ਤੇ ਬਖਸਾਏ। ਸਤਿਗੁਰੂ ਸੁਣ ਕੇ ਖੁਸ਼ ਹੋਏ। ਕਿਸੇ ਨੇ ਆਖਿਆ, ਕਹਿਣ ਲੱਗੇ ਮਹਾਰਾਜ ਤੁਹਾਡਾ ਖਾਲਸਾ ਇੰਨਾ ਸੋਹਣਾ ਹੈ ਵੀ ਕਿਸੇ ਕੋਲੋਂ ਇਹਦਾ ਸਰੂਪ ਜਰਿਆ ਨਹੀਂ ਜਾਂਦਾ। ਤੁਹਾਡੇ ਸਿੱਖ ਜਿਹੜੇ ਨੇ ਇਹ ਦੂਜਿਆਂ ਲੋਕਾਂ ਦੀਆਂ ਅੱਖਾਂ ਵਿੱਚ ਤੀਲੇ ਦੇ ਵਾਂਗ ਰੜਕਦੇ ਪਏ ਨੇ। ਇਹ ਸੁਣ ਕੇ ਮਹਾਰਾਜ ਉਸ ਵੇਲੇ ਖੁਸ਼ ਹੋਏ ਤੇ ਕਹਿਣ ਲੱਗੇ ਹਨ, ਸਰਵ ਸਰੀਰ ਵੀਰ ਰਸ ਸ਼ਾਹ। ਸਤਿਗੁਰਾਂ ਦਾ ਉਸ ਵੇਲੇ ਵੀਰ ਰਸ ਆ ਗਿਆ ਹੈ। ਬਚਨ ਸੁਣਦਿਆਂ ਨਾਲ ਹੀ ਨਾ ਮਹਾਰਾਜ ਜੀ ਉਸ ਵੇਲੇ ਬੜੇ ਗੁੱਸੇ ਵਿੱਚ ਆਏ ਹਨ। ਵਿਕਸਤ ਬੋਲੇ ਬਚਨ ਕਿਰਪਾਲੂ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਗੁੱਸੇ ਵਿੱਚ ਆ ਕੇ ਤੇ ਫਿਰ ਹੱਸ ਪਏ, ਪ੍ਰਸੰਨ ਹੋਏ ਬਚਨ ਸੁਣ ਕੇ। ਜਦੋਂ ਆਖਿਆ ਨਾ ਮਹਾਰਾਜ ਤੁਹਾਡਾ ਖਾਲਸਾ ਰੜਕਦਾ ਦੁਸ਼ਮਣ ਦੀਆਂ ਅੱਖਾਂ ਵਿੱਚ, ਤੇ ਦੁਸ਼ਮਣ ਤੁਹਾਡੇ ਖਾਲਸੇ ਨੂੰ ਮਾਰਨਾ ਚਾਹੁੰਦਾ, ਤੇ ਗੁੱਸਾ ਆ ਗਿਆ ਬਚਨ ਸੁਣ ਕੇ। ਤੇ ਦੂਜੇ ਸ਼ਾਨੀ ਫਿਰ ਮਹਾਰਾਜ ਜੀ ਉਸ ਵੇਲੇ ਖੁਸ਼ ਹੋ ਕੇ ਕਹਿਣ ਲੱਗੇ ਹਨ, ਦੋ ਅੰਖਨ ਤ੍ਰਿਣ ਪਰਿਓ ਵਿਸਾਲੂ। ਮਹਾਰਾਜ ਕਹਿਣ ਲੱਗੇ ਗੁਰੂ ਖਾਲਸਾ ਜੀ ਇੱਕ ਅੱਖ ਵਿੱਚ ਨਹੀਂ ਤੀਲਾ ਪਿਆ, ਇਹਨਾਂ ਦੀਆਂ ਦੋਵਾਂ ਅੱਖਾਂ ਵਿੱਚ ਹੀ ਪੈ ਗਿਆ। ਇੱਕ ਅੱਖ ਵਿੱਚ ਘਟਾ ਮਿੱਟੀ ਕਣ ਪੈ ਜਾਵੇ ਤੇ ਆਪਾਂ ਅੱਖ ਬੰਦ ਕਰ ਲਈ, ਦੂਜੇ ਨਾਲ ਵੇਂਦੇ ਜਾਈਦਾ ਰਾਹ। ਤੇ ਜੇ ਦੋਵਾਂ ਵਿੱਚ ਹੀ ਪੈ ਜਾਵੇ ਤੇ ਅੱਖਾਂ ਦੋਨੇ ਹੀ ਬੰਦ ਤੇ ਰਾਹ ਵੀ ਦਿਸਣਾ ਬੰਦ ਹੋ ਜਾਂਦਾ, ਮੰਜ਼ਿਲ ਤੇ ਨਹੀਂ ਕਿਤੇ ਪਹੁੰਚਿਆ ਜਾਂਦਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ ਗੁਰੂ ਖਾਲਸਾ ਜੀ ਇਹ ਸਾਡਾ ਜਿਹੜਾ ਖਾਲਸਾ ਹੈ ਨਾ, ਇਹ ਵੈਰੀਆਂ ਦੀਆਂ ਦੋਨਾਂ ਅੱਖਾਂ ਵਿੱਚ ਮਿੱਟੀ ਪੈ ਗਈ ਹੈ, ਤੀਲਾ ਪੈ ਗਿਆ। ਤੀਲਾ ਬਣ ਕੇ ਸਾਡਾ ਖਾਲਸਾ ਵੈਰੀਆਂ ਦੀਆਂ ਦੋਨਾਂ ਅੱਖਾਂ ਵਿੱਚ ਪੈ ਗਿਆ ਹੈ। ਪਰਿਓ ਸੋ ਪਰਿਓ ਨਾ ਨਿਕਸਨ ਹੋਵੇ। ਮਹਾਰਾਜ ਕਹਿਣ ਲੱਗੇ ਹੁਣ ਇਹੋ ਜਿਹਾ ਅੱਖਾਂ ਵਿੱਚ ਪਿਆ ਵੀ ਨਿਕਲੇਗਾ ਨਹੀਂ। ਜਿੰਨਾ ਚਿਰ ਦੁਨੀਆ ਰਹੇਗੀ ਨਾ, ਸੰਸਾਰ ਰਹੇਗਾ, ਇਹ ਸਾਡਾ ਖਾਲਸਾ ਹਰੇਕ ਵਿਅਕਤੀ ਨੂੰ ਚੁੱਭਦਾ ਹੀ ਰਹੇਗਾ। ਭਾਵੇਂ ਕਿਸੇ ਦਾ ਲੈਣਾ ਦੇਣਾ ਹੋਵੇ ਤੇ ਭਾਵੇਂ ਨਾ ਹੋਵੇ, ਹਰੇਕ ਦੀਆਂ ਅੱਖਾਂ ਵਿੱਚ ਇਹੋ ਹੀ ਚੁੱਭੇਗਾ। ਤੇ ਗੁਰਮੁਖੋ ਵਾਕਿਆ ਹੀ ਬਚਨ ਸੱਚੇ ਨੇ। ਜਦੋਂ ਤੋਂ ਮਹਾਰਾਜ ਨੇ ਖਾਲਸਾ ਬਣਾਇਆ ਨਾ, ਕਿਸੇ ਦੀਆਂ ਅੱਖਾਂ ਦੇ ਵਿੱਚ ਰੜਕ ਪੈਂਦੀ ਰਹਿੰਦੀ ਹੈ। ਕਦੇ ਮੁਗਲ ਚੜ੍ਹ ਕੇ ਆ ਗਿਆ ਤੇ ਕਦੇ ਦੂਜੇ ਚੜ੍ਹ ਕੇ ਆ ਗਿਆ, ਕਦੇ ਅਫਗਾਨੀ ਚੜ੍ਹ ਕੇ ਆ ਗਿਆ, ਕਦੇ ਕੋਈ ਚੜ੍ਹ ਕੇ ਆ ਗਿਆ। ਜਿਹੜਾ ਵੀ ਚੜ੍ਹ ਕੇ ਆਇਆ ਉਹਦਾ ਮੱਥਾ ਇਹਨਾਂ ਦੇ ਨਾਲ ਹੀ ਆ ਕੇ ਲੱਗਾ, ਕਿਉਂਕਿ ਹਰੇਕ ਦੀ ਅੱਖ ਵਿੱਚ ਇਹੋ ਹੀ ਰੜਕਦੇ ਨੇ। ਹਰੇਕ ਨੂੰ ਸਿੱਧਾ ਹੋਣ ਵਾਲੇ ਵੀ ਇਹ ਹੀ ਨੇ। ਇਸ ਕਰਕੇ ਸਾਰਿਆਂ ਦਾ ਇੱਥੇ ਆ ਕੇ ਮੁਕਾਬਲਾ ਹੁੰਦਾ। ਅਬਦਾਲੀ ਵਰਗੇ ਚੜ੍ਹ ਕੇ ਆਏ ਨਾ ਅਫਗਾਨ ਦੀ ਧਰਤੀ ਤੋਂ, ਤੇ ਆ ਕੇ ਪਾਣੀਪਤ ਵਿੱਚ ਬੜਾ ਵੱਡਾ ਜੰਗ ਕੀਤਾ ਤੇ ਮਰਾਠਿਆਂ ਨੂੰ ਮਾਰ ਮਾਰ ਕੇ ਭਜਾਇਆ ਤੇ ਜੰਗ ਜਿੱਤ ਗਏ। ਤੇ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਫੜ ਕੇ ਲਈ ਜਾਂਦੇ। ਜਦੋਂ ਵਾਪਸ ਮੁੜਨ ਲੱਗੇ ਤੇ ਫਿਰ ਗੁਰੂ ਕਾ ਖਾਲਸਾ ਪੈ ਗਿਆ ਉਸੇ ਦੁਰਾਨੀ ਦੀ ਫੌਜ ਦੇ ਉੱਪਰ। ਨਾਲੇ ਫੌਜ ਨੂੰ ਮਾਰਿਆ, ਨਾਲੇ ਉਹਦਾ ਖਜ਼ਾਨਾ ਲੁੱਟਿਆ, ਨਾਲੇ ਬਹੁ ਬੇਟੀਆਂ ਛੜਾਈਆਂ, ਥਾਵਾਂ ਥਾਵਾਂ ਤੇ ਪਹੁੰਚਾਈਆਂ। ਤੇ ਕਹਿਣ ਲੱਗੇ ਐਸੀ ਰੜਕ ਉਹਦੇ ਅੱਖਾਂ ਵਿੱਚ ਪਈ ਵੀ ਉਹ ਅਗਲੀ ਵਾਰ ਉਹ ਗੱਲ ਕਹਿ ਕੇ ਗਿਆ ਲਾਹੌਰ ਦੇ ਵਿੱਚ ਵੀ ਹੁਣ ਅਗਲਾ ਹਮਲਾ ਫਿਰ ਮੈਂ ਕਰਾਂਗਾ
ਕੇਵਲ ਸਿੱਖਾਂ ਵਾਸਤੇ ਹੀ ਕਰਾਂਗਾ, ਹੋਰ ਕਿਸੇ ਵਾਸਤੇ ਨਹੀਂ ਕਰਾਂਗਾ। ਤੇ ਬੜੇ ਥੋੜੇ ਸਮੇਂ ਬਾਅਦ ਹੀ ਮੁੜ ਕੇ ਆ ਗਿਆ। ਤੇ ਵੱਡਾ ਘੱਲੂ ਘਾਰਾ ਆਪਾਂ ਬਚਨ ਸਰਵਣ ਕਰਦੇ ਨਾ, ਜਿਹਦੇ ਵਿੱਚ 30,000 ਦੇ ਕਰੀਬ ਸਿੱਖ ਬੀਬੀਆਂ, ਬੱਚੇ ਤੇ ਬਜ਼ੁਰਗ ਮਾਰੇ ਗਏ ਸਨ। ਉਹ ਇਸ ਗੱਲ ਦਾ ਬਦਲਾ ਲੈਣ ਵਾਸਤੇ ਦੁਬਾਰਾ ਫਿਰ ਆਇਆ ਸੀ। ਜੰਗ ਕਰਕੇ, ਇੰਨੀ ਤਬਾਹੀ ਕਰਕੇ ਇਲਾਕੇ ਦੇ ਲੋਕਾਂ ਨੇ ਵੀ ਸਾਥ ਦਿੱਤਾ। ਜਿਹੜੇ ਮੁਸਲਮਾਨ ਪਿੰਡ ਸਨ ਉਹ ਵੀ ਸਿੱਖਾਂ ਦੇ ਵਹੀਰ ਦੇ ਉੱਪਰ ਪੈ ਗਏ ਤੇ ਚਲਾ ਗਿਆ। ਤੇ ਗੁਰਮੁਖੋ ਗੁਰੂ ਖਾਲਸੇ ਨੇ ਥੋੜੇ ਸਮੇਂ ਵਿੱਚ ਜਾ ਕੇ ਲਾਹੌਰ ਦੇ ਉੱਪਰ ਫਿਰ ਹੱਲਾ ਬੋਲ ਦਿੱਤਾ ਵੀ ਅਸੀਂ ਅਜੇ ਵੀ ਜਿਉਂਦੇ ਹਾਂ, ਮੁੱਕੇ ਕੋਈ ਨਹੀਂ। ਇਹ ਐਸਾ ਖਾਲਸਾ ਹੈ। ਦੁਰਾਨੀ ਵਰਗੇ, ਅਬਦਾਲੀ ਵਰਗਿਆਂ ਨੂੰ ਅੱਗੇ ਲਾ ਛੱਡਿਆ। ਸੋਮਨਾਥ ਮੰਦਿਰ ਦੇ ਦਰਵਾਜ਼ੇ ਲਾਹ ਕੇ ਲਈ ਜਾਂਦਾ, ਆਪਣੀ ਜਿੱਤ ਦੇ ਲਲਕਾਰੇ ਮਾਰਦਾ ਹੋਇਆ। ਪੰਜਾਬ ਦੀ ਧਰਤੀ ਤੋਂ ਲੰਘਦਾ ਪਿਆ। ਗੁਰੂ ਕਿਆਂ ਸਿੱਖਾਂ ਨੇ ਹਮਲਾ ਕਰਕੇ ਦਰਵਾਜ਼ੇ ਖੋਲ੍ਹੇ ਸੋਮਨਾਥ ਮੰਦਿਰ ਦੇ, ਤੇ ਉਹ ਦਰਵਾਜ਼ੇ ਖੋਹ ਕੇ ਤੇ ਸ੍ਰੀ ਹਰਿਮੰਦਰ ਸਾਹਿਬ ਲਾਏ। ਆਪ ਸੰਗਤਾਂ ਦਰਸ਼ਨ ਕਰ ਸਕਦੇ ਹੋ। ਐਸੀ ਚੜ੍ਹਦੀ ਕਲਾ ਹੈ ਗੁਰੂ ਦੇ ਖਾਲਸੇ ਦੀ। ਹਰੇਕ ਦੀਆਂ ਅੱਖਾਂ ਵਿੱਚ ਰੜਕਦਾ ਜ਼ਰੂਰ ਹੈ, ਕਿਉਂਕਿ ਹਰੇਕ ਦੇ ਨਾਲ ਮੱਥਾ ਵੀ ਇਹੋ ਹੀ ਲਾਉਂਦਾ, ਹੋਰ ਕੋਈ ਲਾ ਹੀ ਨਹੀਂ ਸਕਦਾ ਹੈ। ਮਹਾਰਾਜ ਕਹਿਣ ਲੱਗੇ, ਭਾਈ ਇਹ ਸਾਡਾ ਖਾਲਸਾ ਤੇ ਹੁਣ ਦੁਸ਼ਮਣਾਂ ਦੀਆਂ ਦੋਨਾਂ ਅੱਖਾਂ ਵਿੱਚ ਮਿੱਟੀ ਪੈ ਗਈ ਹੈ, ਘੱਟਾ ਹੀ ਪੈ ਗਿਆ, ਜਾਂ ਕਹਿ ਲਈਏ ਵੀ ਕੰਕਰ ਪੈ ਗਿਆ ਅੱਖਾਂ ਦੇ ਵਿੱਚ। ਹੁਣ ਸਾਰੀ ਉਮਰ ਜਿੰਨਾ ਚਿਰ ਖਾਲਸਾ ਰਹੇਗਾ ਨਾ, ਰੜਕਦਾ ਹੀ ਰਹੇਗਾ ਇਹਨਾਂ ਦੀਆਂ ਅੱਖਾਂ ਵਿੱਚ। ਤੇ ਰੜਕ ਵੀ ਗੁਰਮੁਖੋ ਜ਼ਰੂਰੀ ਹੈ। ਰੜਕਾਂਗੇ ਤੇ ਤਾਂ ਹੀ ਪਤਾ ਲੱਗੇਗਾ ਨਾ ਵੀ ਹੈ ਕੋਈ ਇੱਥੇ ਰੜਕਣ ਵਾਲਾ। ਮਹਾਰਾਜ ਕਹਿਣ ਲੱਗੇ, ਇਹਨਾਂ ਦੀ ਐਸੀ ਮੈਂ ਤਸਵੀਰ ਬਣਾ ਦੇਣੀ, ਐਸਾ ਖੂਨ ਬਣਾ ਦੇਣਾ ਵੀ ਕਦੇ ਕਿਸੇ ਦੀ ਨਹੀਂ ਮੰਨਣਗੇ। ਹਰੇਕ ਥਾਂ ਤੇ ਕੁਰਬਾਨੀ ਕਰਨ ਵਾਸਤੇ ਤਿਆਰ ਰਹਿੰਦੇ। ਐਸੀ ਇਹਨਾਂ ਨੂੰ ਦਾਤ ਬਖਸ਼ੀ ਹੈ। ਰਹਿਣ ਦਿਨਾਂ ਜਿਉ ਜਲ ਤਜ ਰੋਵੇ। ਕਹਿਣ ਲੱਗੇ, ਰਹਿਣ ਦਿਨਾਂ, ਰਾਤ ਤੇ ਦਿਨੇ ਇਹ ਜਿਹੜੇ ਲੋਕ ਨੇ ਅੱਖਾਂ ਵਿੱਚੋਂ ਪਾਣੀ ਡੇਗ ਡੇਗ ਕੇ ਰੋਣਗੇ। ਜਿਵੇਂ ਬੰਦਾ ਕੋਈ ਰੋਂਦਾ ਨਾ, ਪਛਤਾਵਾ ਕਰਦਾ ਵੀ ਕਿੱਥੇ ਪੰਗਾ ਲੈ ਲਿਆ। ਸਤਿਗੁਰੂ ਕਹਿਣ ਲੱਗੇ, ਖਾਲਸਾ ਅਸੀਂ ਇਹੋ ਜਿਹਾ ਬਣਾਇਆ ਵੀ ਲੋਕਾਂ ਦੀਆਂ ਅੱਖਾਂ ਵਿੱਚੋਂ ਦਿਨੇ ਰਾਤ ਪਾਣੀ ਡਿੱਗੇਗਾ। ਵੀ ਇਹ ਕਿਹੋ ਜਿਹੀ ਕੌਮ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਣਾਈ ਹੈ, ਕਦੇ ਪਿੱਛੇ ਨਹੀਂ ਹਟਦੀ ਤੇ ਹਰੇਕ ਦਾ ਹੀ ਰਾਹ ਰੋਕ ਕੇ ਖੜ ਜਾਂਦੀ ਹੈ। ਭਾਈ ਇਸੇ ਤਰ੍ਹਾਂ ਮਹਾਰਾਜ ਜੀਆਂ ਦੇ ਸੂਰਮੇ ਹੋਏ ਨਾ, ਬੋਤਾ ਸਿੰਘ ਤੇ ਗਰਜਾ ਸਿੰਘ, ਦੋਨਾਂ ਜਾਣਿਆਂ ਨੇ ਰਾਹ ਰੋਕ ਲਿਆ ਡੰਡਾ ਲੈ ਕੇ। ਕਹਿਣ ਲੱਗੇ, ਸਾਡਾ ਹੀ ਰਾਜ ਹੈ, ਇੱਥੇ ਮਾਲੀਆ ਤਾਰ ਕੇ ਜਾਣਾ ਪਵੇਗਾ। ਕਹਿਣ ਲੱਗੇ, ਖਾਲਸਾ ਹੀ ਇਹੋ ਜਿਹਾ ਬਣਾਇਆ ਵੀ ਇਹ ਹਰੇਕ ਇਹਨਾਂ ਵੱਲ ਵੇਖ ਕੇ ਰੋਵੇਗਾ, ਪਛਤਾਵੇਗਾ। ਟੁੱਟ ਜਾਏਗੀ ਦੁਸ਼ਟ ਨੇ ਆਂਖ। ਇਹਨਾਂ ਦੁਸ਼ਟਾਂ ਦੀਆਂ ਅੱਖਾਂ ਤੇ ਫੁੱਟ ਜਾਣਗੀਆਂ, ਪਰ ਇਹ ਸਾਡਾ ਖਾਲਸਾ ਇਹਨਾਂ ਦੀਆਂ ਅੱਖਾਂ ਵਿੱਚੋਂ ਨਿਕਲੇਗਾ ਨਹੀਂ। ਅੰਧੇ ਹੋਏ ਨ ਪੁਰਵੈ ਕਾਂਖ। ਇਹ ਅੰਨੇ ਹੋ ਜਾਣਗੇ, ਇਹਨਾਂ ਦੀ ਕਾਂਖ ਇੱਛਾ ਪੂਰੀ ਨਹੀਂ ਹੋਵੇਗੀ। ਕੋਈ ਵੀ ਇੱਛਾ ਲੈ ਕੇ ਆਵੇਗਾ ਨਾ, ਉਹਦੀ ਇੱਛਾ ਪੂਰੀ ਨਹੀਂ ਹੋਵੇਗੀ। ਕਿਹੋ ਜਿਹਾ ਵੀ ਕੋਈ ਮਨਸੂਬਾ ਲੈ ਕੇ ਆਵੇ, ਇਹ ਸਾਡਾ ਖਾਲਸਾ ਕਿਸੇ ਦੇ ਮਨਸੂਬੇ ਨੂੰ ਪੂਰਾ ਨਹੀਂ ਹੋਣ ਦੇਵੇਗਾ। ਕਰਤੇ ਉਪਾਏ ਦੁਸ਼ਟ ਦੁੱਖ ਭਰੇ। ਮਹਾਰਾਜ ਕਹਿਣ ਲੱਗੇ, ਦੁਸ਼ਟ ਲੋਕ ਉਪਾਅ ਤੇ ਬੜੇ ਕਰਨਗੇ, ਯਤਨ ਤੇ ਬੜੇ ਕਰਨਗੇ, ਦੁੱਖਾਂ ਦੇ ਭਰੇ ਹੋਏ। ਪਲ ਪਲ ਵਿਖੇ ਸਵਈਆ ਚਰੇ। ਤੇ ਪਲ ਪਲ ਵਿੱਚ ਖਾਲਸੇ ਦਾ ਪ੍ਰਤਾਪ ਚੜ੍ਹੇਗਾ, ਕਦੇ ਘਟੇਗਾ ਨਹੀਂ। ਤੇ ਗੁਰਮੁਖੋ ਖਾਲਸੇ ਦਾ ਪ੍ਰਤਾਪ ਮੁਕਾਉਣ ਵਾਸਤੇ, ਖਾਲਸੇ ਨੂੰ ਮੁਕਾਉਣ ਵਾਸਤੇ ਜ਼ਕਰੀਆ ਖਾਨ ਵਰਗੇ, ਬੀਰ ਮੰਨੂ ਵਰਗੇ, ਲਖਪਤ ਵਰਗੇ, ਜਸਪਤ ਰਾਏ ਵਰਗੇ, ਜਿਨ੍ਹਾਂ ਨੇ ਸਿਰਾਂ ਦੇ ਨਾਮ ਰੱਖ ਦਿੱਤੇ, ਜਿਨ੍ਹਾਂ ਨੇ ਜੰਗਲਾਂ ਨੂੰ ਅੱਗ ਲਾ ਦਿੱਤੀ, ਜਿਨ੍ਹਾਂ ਨੇ ਸਿੱਖਾਂ ਦੇ ਘਰਾਂ ਨੂੰ ਅੱਗ ਲਾ ਛੱਡੀ ਹੈ, ਬੜੇ ਹੋਏ ਦੁਨੀਆ ਤੇ ਇਹੋ ਜਿਹੇ, ਮਰ ਖਪ ਕੇ ਚਲੇ ਗਏ। ਉਹਨਾਂ ਦਾ ਨਾਮੋ ਨਿਸ਼ਾਨ ਮਿਟ ਗਿਆ, ਪਰ ਖਾਲਸਾ ਅਜੇ ਵੀ ਜਿਉਂਦਾ ਬੈਠਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਸਾਡੇ ਖਾਲਸੇ ਦਾ ਪ੍ਰਤਾਪ ਹਰ ਵੇਲੇ ਵਧਣਾ ਹੀ ਵਧਣਾ ਹੈ, ਕਦੇ ਘਟਣਾ ਨਹੀਂ ਹੈ। ਹਿੰਦੂ ਤੁਰਕਨ ਕੇ ਹੋਏ ਨਾਥ। ਇਹ ਸਾਰਿਆਂ ਦੇ ਮਾਲਕ ਹੀ ਹੋਣਗੇ, ਭਾਵੇਂ ਕੋਈ ਮੁਗਲ ਹੈ ਤੇ ਭਾਵੇਂ ਕੋਈ ਹਿੰਦੂ ਹੈ। ਇਹਨਾਂ ਦੇ ਗੋਡੀ ਪੈਰੀ ਹੱਥ ਆ ਕੇ ਹੀ ਲਾਵੇਗਾ, ਇਹ ਸਾਰਿਆਂ ਦੇ ਮਾਲਕ ਹੋਣਾ ਹੈ। ਕਰੈ ਬਸੀ ਗੈ ਡੰਡੇ ਸਾਥ। ਇਹ ਸਾਡਾ ਜਿਹੜਾ ਖਾਲਸਾ ਹੈ ਨਾ, ਡੰਡਾ ਪੀਰ ਆ, ਵਿਗੜੇ ਤਿਗੜਿਆਂ ਦਾ। ਡੰਡਾ ਕੋਲ ਹੋਵੇ ਤੇ ਵਿਗੜਿਆ ਬੰਦਾ ਵੀ ਵਸ ਆ ਜਾਂਦਾ ਹੈ। ਕਹਿਣ ਲੱਗੇ, ਸਾਡੇ ਖਾਲਸੇ ਨੇ ਡੰਡੇ ਦੇ ਨਾਲ ਸਾਰਿਆਂ ਨੂੰ ਵਸ ਕਰ ਲੈਣਾ ਹੈ। ਮੱਝ ਭਾਵੇਂ ਕਿੰਨਾ ਵੀ ਮਾਰਨ ਵਾਲੀ ਹੋਵੇ, ਡੰਡਾ ਹੱਥ ਵਿੱਚ ਹੋਵੇ ਤੇ ਉਹ ਵੀ ਕਹਿਣੇ ਵਿੱਚ ਹੋ ਜਾਂਦੀ ਹੈ। ਕਹਿਣ ਲੱਗੇ, ਦੁਨੀਆ ਦੇ ਵਿੱਚ ਲੋਕ ਤੇ ਭਾਵੇਂ ਬੜੇ ਖੂੰਖਾਰ ਹੋਣਗੇ, ਦੁੱਖ ਦੇਣ ਵਾਲੇ, ਲੜਾਈ ਕਰਨ ਵਾਲੇ, ਪਰ ਅਸੀਂ ਆਪਣੇ ਖਾਲਸੇ ਨੂੰ ਇਹੋ ਜਿਹਾ ਡੰਡਾ ਫੜਾ ਕੇ ਜਾਵਾਂਗੇ, ਇਹਨਾਂ ਨੇ ਹਰੇਕ ਨੂੰ ਹੀ ਪਿੰਜਰੇ ਵਿੱਚ ਪਾ ਲੈਣਾ ਹੈ।
ਰਾਜ ਕਰੇਗਾ ਖਾਲਸਾ ਆਕੀ ਰਹਿ ਨਾ ਨਾ ਕੋਏ। ਐਸੀਆਂ ਦਾਤਾਂ ਇਹਨਾਂ ਨੂੰ ਬਖਸ਼ਣੀਆਂ ਹਨ। ਜੇ ਜੇ ਗੁਰ ਸੰਗ ਧਰੈ ਵਿਰੋਧ, ਜਿਹੜੇ ਜਿਹੜੇ ਗੁਰੂ ਦੇ ਨਾਲ ਜਾਂ ਖਾਲਸੇ ਨਾਲ ਵਿਰੋਧ ਕਰਨਗੇ ਹੈ ਖਾਲਸਾ ਤਿਨ ਕੀ ਸੋਧ। ਤੇ ਖਾਲਸਾ ਉਹਨਾਂ ਦਾ ਸੋਧਾ ਲਾਉਂਦਾ ਹੀ ਰਹੇਗਾ। ਜਿਹੜਾ ਗੁਰੂ ਨਾਲ ਵੀ ਵੈਰ ਕਰੇਗਾ ਸੋਧਾ ਉਹਦਾ ਵੀ ਲੱਗੇਗਾ। ਤੇ ਗੁਰਮੁਖੋ ਵਜ਼ੀਰ ਖਾਨ ਨੇ ਕੀਤਾ ਨਾ ਵੈਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ, ਤੇ ਆਂਦਾ ਵੀ ਅਨੰਦਪੁਰ ਸਾਹਿਬ ਛੱਡ ਕੇ ਜਾਓ ਤੇ ਹਮਲਾ ਨਹੀਂ ਕਰਾਂਗੇ। ਹਮਲਾ ਕੀਤਾ, ਮਹਾਰਾਜ ਦੇ ਪਰਿਵਾਰ ਦੇ ਕੁਝ ਮੈਂਬਰ ਸ਼ਹੀਦ ਹੋਏ, ਸਿੱਖ ਸ਼ਹੀਦ ਹੋ ਗਏ। ਤੇ ਸਤਿਗੁਰਾਂ ਨੇ ਫਿਰ ਬੰਦਾ ਸਿੰਘ ਬਹਾਦਰ ਨੂੰ ਭੇਜ ਕੇ ਉਸੇ ਵਜ਼ੀਰ ਖਾਨ ਨੂੰ ਖਿੱਚ ਖਿੱਚ ਕੇ ਧਰਤੀ ਤੇ ਘਸੀਟ ਘਸੀਟ ਕੇ ਮਾਰਿਆ। ਸਤਿਗੁਰੂ ਬਚਨ ਕਰਦੇ ਪਏ, ਕਹਿਣ ਲੱਗੇ ਜਿਹੜਾ ਗੁਰੂ ਨਾਲ ਵੀ ਵੈਰ ਕਰੇਗਾ ਸਾਡਾ ਖਾਲਸਾ ਬਦਲਾ ਲਵੇਗਾ। ਜਿਹੜੇ ਪਹਾੜੀਏ ਰਾਜੇ ਦਿਨੇ ਰਾਤ ਵਿਉਂਤਾ ਮਨਾਉਂਦੇ ਨਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕੱਢਣਾ ਅਨੰਦਪੁਰ ਸਾਹਿਬ ਦੇ ਵਿੱਚੋਂ, ਸਾਡਾ ਬੜਾ ਇੱਥੇ ਜ਼ੋਰ ਹੈ, ਸਾਡਾ ਬੜਾ ਦਬਦਬਾ ਹੈ। ਤੇ ਜਦੋਂ ਬੰਦਾ ਸਿੰਘ ਬਹਾਦਰ ਆਏ ਤੇ ਇਹੋ ਹੀ ਪਹਾੜੀਏ ਰਾਜੇ ਆਪਣੀਆਂ ਜਵਾਨ ਧੀਆਂ ਲੈ ਕੇ ਆਖਦੇ ਵਿਆਹ ਕਰਵਾ ਲਾ ਸਾਡੀ ਕੁੜੀ ਦੇ ਨਾਲ, ਸਾਡਾ ਜਵਾਈ ਬਣ ਜਾ, ਪਰ ਸਾਨੂੰ ਕਹਿ ਕੁਝ ਨਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸਾਡਾ ਖਾਲਸਾ ਇਹੋ ਜਿਹਾ ਪ੍ਰਤਾਪੀ ਹੋਵੇਗਾ, ਜੇ ਕੋਈ ਗੁਰੂ ਨਾਲ ਵੀ ਵੈਰ ਕਰੇਗਾ ਤੇ ਸਾਡੇ ਖਾਲਸੇ ਨੂੰ ਉਸ ਨੂੰ ਸੋਧ ਦੇਣਾ ਹੈ। ਓਏ ਅਧੀਨ ਜੀਵ ਕਾ ਕਰੈ, ਜਿਹੜਾ ਸਾਡੇ ਖਾਲਸੇ ਦੇ ਅਧੀਨ ਰਵੇਗਾ, ਹੁਕਮ ਦੇ ਵਿੱਚ ਰਵੇਗਾ, ਉਹਦੀ ਉਪਜੀਵਕਾ ਜਿਹੜੀ ਉਹ ਚੱਲਦੀ ਰਹਿਣੀ ਹੈ। ਸਿੰਘਨ ਤੇ ਮ੍ਰਿਗ ਸਮ ਹੋਏ ਡਰੈ। ਕਹਿਣ ਲੱਗੇ ਜਿਵੇਂ ਸ਼ੇਰ ਦੇ ਕੋਲੋਂ ਹਿਰਨ ਡਰਦਾ ਹੈ, ਸਾਡਾ ਖਾਲਸਾ ਸ਼ੇਰ ਹੈ। ਇਹ ਜਿਹੜੇ ਵੈਰੀ ਅੱਜ ਆਪਣੇ ਆਪ ਨੂੰ ਬੜਾ ਸ਼ਕਤੀਸ਼ਾਲੀ ਸਮਝਦੇ, ਹਿਰਨਾਂ ਦੇ ਵਾਂਗ ਡਰਿਆ ਕਰਨਗੇ, ਭੈ ਰੱਖਿਆ ਕਰਨਗੇ। ਆਪਨ ਪੰਥ ਕੇ ਗੁਣ ਇਤਿਆਦ। ਸਤਿਗੁਰੂ ਪਾਤਸ਼ਾਹ ਗੁਰਮੁਖੋ ਇਹ ਬਚਨ ਝੂਠੇ ਨਹੀਂ, ਬਚਨ ਬਿਲਕੁਲ ਅਟਲ ਤੇ ਸੱਚੇ ਨੇ। ਐਸੇ ਬਚਨ ਮਹਾਰਾਜ ਆਪਣੇ ਖਾਲਸੇ ਦੇ ਕਹਿੰਦੇ ਹਨ। ਵਰਣਨ ਕਰੇ ਧਰੇ ਅਹਿਲਾਦ। ਬੜੀ ਖੁਸ਼ੀ ਦੇ ਨਾਲ ਮਹਾਰਾਜ ਨੇ ਖਾਲਸੇ ਦੇ ਗੁਣ ਗਾਣੇ ਤੇ ਵਰਣਨ ਕੀਤੇ ਹਨ। ਸਭ ਦੇਸ਼ਨ ਕੇ ਵਿਖੇ ਪ੍ਰਕਾਸ਼ੇ। ਇਹ ਬਚਨ ਮਹਾਰਾਜ ਦੇ ਸੰਗਤਾਂ ਨੇ ਸੁਣੇ ਤੇ ਸੰਗਤਾਂ ਨੇ ਆਪੋ ਆਪਣੇ ਦੇਸ਼ ਵਿੱਚ ਜਾ ਕੇ, ਇਲਾਕੇ ਵਿੱਚ ਜਾ ਕੇ ਦੱਸਿਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸੇ ਦੀ ਇਸ ਤਰ੍ਹਾਂ ਵਡਿਆਈ ਕੀਤੀ ਹੈ, ਜਾਂ ਮਹਾਰਾਜ ਨੇ ਆਉਣ ਵਾਲੇ ਬਚਨ ਇਸ ਤਰ੍ਹਾਂ ਖਾਲਸੇ ਦੀ ਵਡਿਆਈ ਦੇ ਆਖੇ। ਇਹ ਜਾ ਕੇ ਆਪੋ ਆਪਣੇ ਇਲਾਕੇ ਵਿੱਚ ਕਹਿੰਦੇ ਹਨ। ਹੇਰ ਹੇਰ ਵਿਸਮਾਏ ਹਰਾਸੇ। ਜਿਹੜਾ ਜਿਹੜਾ ਵੇਖਦਾ ਹੈ ਉਹ ਵੇਖ ਵੇਖ ਕੇ ਬੜਾ ਹੈਰਾਨ ਹੁੰਦਾ ਹੈ, ਤੇ ਡਰਦੇ ਵੀ ਨੇ ਲੋਕ ਵੀ ਮਹਾਰਾਜ ਦਾ ਖਾਲਸਾ ਤੇ ਵਾਕਿਆ ਹੀ ਬੜਾ ਬਲ ਵਾਲਾ ਹੈ। ਸ਼ਸਤਰ ਸਮੇਤ ਸਦਾ ਰੰਗ ਰਾਤੇ। ਮਹਾਰਾਜ ਦੇ ਸੂਰਮੇ ਹਮੇਸ਼ਾ ਸ਼ਸਤਰ ਦੇ ਨਾਲ ਹੀ ਪਿਆਰ ਕਰਦੇ। ਅੱਜ ਵੀ ਜਿਹੜਾ ਗੁਰੂ ਕਾ ਸਿੱਖ ਹੈ ਨਾ, ਭਾਵੇਂ ਅੱਜ ਦਾ ਸਮਾਂ ਹੋਵੇ ਤੇ ਭਾਵੇਂ ਜੰਗਲਾਂ ਦਾ ਸਮਾਂ ਹੋਵੇ, ਭਾਵੇਂ ਜੰਗਾਂ ਦਾ ਸਮਾਂ ਹੋਵੇ ਤੇ ਭਾਵੇਂ ਗੁਰੂ ਕਾਲ ਦਾ ਸਮਾਂ ਹੋਵੇ, ਗੁਰੂ ਖਾਲਸੇ ਨੇ ਸ਼ਸਤਰਾਂ ਦਾ ਬੜਾ ਸਤਿਕਾਰ ਕੀਤਾ ਹੈ, ਔਰ ਸ਼ਸਤਰਾਂ ਦਾ ਕਦੇ ਵਸਾ ਨਹੀਂ ਖਾਂਦੇ, ਹਮੇਸ਼ਾ ਸ਼ਸਤਰਾਂ ਦੇ ਨਾਲ ਰਹਿੰਦੇ ਹਨ। ਬਿਨਾ ਰਾਜ ਰਾਜੇ ਨਿਤ ਮਾਤੇ। ਗੁਰਮੁਖੋ ਭਾਵੇਂ ਰਾਜ ਨਹੀਂ ਹੈ ਕੋਲ, ਪਰ ਗੁਰੂ ਕਾ ਖਾਲਸਾ ਵਿਚਰਦਾ ਰਾਜਿਆਂ ਵਾਂਗ ਹੀ ਹੈ। ਜਿਵੇਂ ਰਾਜਾ ਕੋਈ ਮਸਤ ਹੋ ਕੇ ਚੱਲਦਾ ਨਾ, ਕਿਸੇ ਦੀ ਪਰਵਾਹ ਨਹੀਂ ਮੰਨਦਾ ਕਰਦਾ, ਇਸੇ ਤਰ੍ਹਾਂ ਮਹਾਰਾਜ ਦੇ ਜਿਹੜੇ ਸਿੱਖ ਨੇ ਰਾਜਿਆਂ ਦੇ ਵਾਂਗ ਹੀ ਵਿਚਰਦੇ ਨੇ, ਮਸਤ ਹੋ ਕੇ, ਕਿਸੇ ਦਾ ਭੈ ਨਹੀਂ ਹੈ। ਬਿਨ ਧਨ ਤੇ ਵੱਡ ਧਨੀ ਬਨੇ ਹੈ। ਭਾਵੇਂ ਧਨ ਕੋਲ ਨਹੀਂ ਹੈਗਾ, ਕੋਲ ਬਹੁਤੀ ਮਾਇਆ ਕੋਲ ਨਹੀਂ ਹੈ ਖਾਲਸੇ ਦੇ ਵੀ ਖੀਸੇ 'ਚ ਭਰੇ ਹੋਣ ਜਾਂ ਬਹੁਤੀ ਮਾਇਆ ਜੁੜੀ ਹੋਵੇ। ਮਾਇਆ ਭਾਵੇਂ ਘੱਟ ਹੀ ਹੈ, ਪਰ ਆਪਣੇ ਆਪ ਨੂੰ ਵੱਡਾ ਮਾਇਆ ਧਾਰੀ ਸਮਝਦੇ, ਘਾਟ ਕਿਸੇ ਗੱਲ ਦੀ ਕੋਈ ਨਹੀਂ ਹੈ। ਜਿੱਥੇ ਵੀ ਮੋਰਚਾ ਲਾ ਲੈਂਦੇ, ਚੌਂਕੜਾ ਲਾ ਲੈਂਦੇ, ਉੱਥੇ ਹੀ ਪਦਾਰਥ ਆਪਣੇ ਆਪ ਆ ਕੇ ਪਹੁੰਚਣ ਲੱਗ ਪੈਂਦੇ। ਬਿਨਾਂ ਧਨ ਤੋਂ ਧਨੀ ਹਨ, ਐਸੇ ਮਹਾਰਾਜ ਦੇ ਸਿੱਖ ਹਨ। ਇੱਕ ਸਤਿਗੁਰ ਕੇ ਪ੍ਰੇਮ ਸਨੇਹ। ਇੱਧਰ ਮਹਾਰਾਜ ਸਾਹਿਬ ਜੀ ਉਸ ਵੇਲੇ ਬਚਨ ਬਲਾਸ ਕਰਦੇ। ਸਤਨਾਮ ਸਤਨਾਮ ਵਾਹਿਗੁਰੂ
ਸ਼ਸਤਰ ਸਵੇਦ ਸਦਾ ਰੰਗ ਰਾਤੇ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਬਖਸ਼ਿਸ਼ ਕਰਦੇ, ਕਹਿਣ ਲੱਗੇ ਇਹ ਸ਼ਸਤਰਾਂ ਦੇ ਸਮੇਤ ਇਹ ਸਦਾ ਹੀ ਸ਼ਸਤਰਾਂ ਦੇ ਰੰਗ ਪ੍ਰੇਮ ਦੇ ਵਿੱਚ ਰਹਿੰਦੇ ਹਨ। ਬਿਨਾ ਰਾਜ ਕੇ ਰਾਜੇ ਨਿਤ ਮਾਤੇ। ਕਹਿਣ ਲੱਗੇ ਬਿਨਾਂ ਰਾਜ ਤੋਂ ਹੀ ਰਾਜਿਆਂ ਵਾਂਗ ਇਹ ਮਸਤ ਰਹਿੰਦੇ ਨੇ। ਰਾਜ ਭਾਵੇਂ ਕੋਲ ਨਹੀਂ ਹੈ ਪਰ ਰਾਜਿਆਂ ਵਰਗੀ ਮਸਤੀ ਖੁਮਾਰੀ ਹੈ। ਬਿਨ ਧਨ ਤੇ ਵੱਡ ਧਨੀ ਬਨੇ ਹੈ। ਭਾਵੇਂ ਧਨ ਕੋਲ ਨਹੀਂ ਹੈ ਪਰ ਫਿਰ ਵੀ ਆਪਣੇ ਆਪ ਨੂੰ ਧਨ ਤੋਂ ਖਾਲੀ ਵੀ ਨਹੀਂ ਸਮਝਦੇ, ਆਪਣੇ ਆਪ ਨੂੰ ਧਨਾੜ ਸਮਝਦੇ ਹਨ। ਇੱਕ ਸਤਿਗੁਰ ਕੇ ਪ੍ਰੇਮ ਸਰੇ ਹੈ। ਇੱਕ ਸਤਿਗੁਰਾਂ ਦਾ ਪ੍ਰੇਮ ਹੀ ਹੈ ਇਸ ਖਾਲਸੇ ਦੇ ਮਨ ਦੇ ਵਿੱਚ, ਐਸੇ ਪ੍ਰੇਮ ਦੇ ਭਰੇ ਹੋਏ ਹਨ। ਮਹਾ ਨਿਡਰ ਰਸ ਵੀਰ ਭਰੇ ਹੈ। ਸਾਡਾ ਜਿਹੜਾ ਖਾਲਸਾ ਹੈ ਇਹ ਬੜਾ ਭਾਰੀ ਨਿਡਰ ਹੈ। ਇਹਦੇ ਵਿੱਚ ਕਿਸੇ ਦਾ ਡਰ ਨਹੀਂ ਹੋਵੇਗਾ ਔਰ ਕਿਸੇ ਦਾ ਡਰ ਮੰਨੇਗਾ ਨਹੀਂ। ਮਹਾਰਾਜ ਕਹਿਣ ਲੱਗੇ ਮਹਾ ਨਿਡਰ, ਬੜੇ ਭਾਰੀ ਨਿਡਰ ਹੋਣਗੇ ਵੀ ਡਰ ਕਿਸੇ ਦਾ ਰਵੇਗਾ ਨਹੀਂ। ਤੇ ਦੂਜਾ ਬਚਨ ਮਹਾਰਾਜ ਨੇ ਕੀਤਾ ਰਸ ਵੀਰ ਭਰੇ ਹੈ, ਔਰ ਹਮੇਸ਼ਾ ਵੀਰ ਰਸ ਦੇ ਭਰੇ ਰਹਿਣਗੇ ਕਿ ਜਦੋਂ ਕਿਤੇ ਸਮਾਂ ਆਵੇਗਾ ਉਸ ਵੇਲੇ ਚੜ੍ਹਦੀ ਕਲਾ ਦੇ ਵਿੱਚ ਹੋ ਕੇ ਕੁਰਬਾਨੀ ਕਰਨ ਵਾਸਤੇ ਇਹਨਾਂ ਨੇ ਤਿਆਰ ਰਹਿਣਾ ਹੈ। ਐਸਾ ਹੀ ਸਾਡਾ ਖਾਲਸਾ ਵੀਰ ਦਸੀ ਹੈ। ਨਹੀਂ ਕਿਸੂ ਕੋ ਸੰਗ ਕਰੇ ਹੈ। ਅਤੇ ਕਿਸੇ ਦੀ ਇਹਨਾਂ ਨੂੰ ਸਾਥ ਦੀ ਲੋੜ ਨਹੀਂ ਹੈ। ਦੁਨੀਆ ਦੇ ਲੋਕ ਸਾਥ ਵਿੱਚ ਚੱਲਦੇ, ਸਾਥ ਲੈ ਕੇ ਚੱਲਦੇ, ਇਹਨਾਂ ਨੂੰ ਕਿਸੇ ਸਾਥ ਦੀ ਲੋੜ ਨਹੀਂ, ਪਰ ਦੁਨੀਆ ਇਹਨਾਂ ਦਾ ਸਾਥ ਲੈ ਕੇ ਜ਼ਰੂਰ ਚੱਲੇ। ਗੁਰਮੁਖੋ ਜਦੋਂ ਜ਼ਕਰੀਆ ਖਾਨ ਵਰਗਿਆਂ ਦੇ ਕੋਲੋਂ ਰਾਜ ਦਾ ਪ੍ਰਬੰਧ ਨਾ ਚੱਲਿਆ, ਐਡਾ ਵੱਡਾ ਸੂਬੇਦਾਰ ਜਾਂ ਹੋਰ ਕਈ ਐਸੇ ਸਨ, ਜਦੋਂ ਵੇਖਿਆ ਵੀ ਰਾਜ ਨਹੀਂ ਚੱਲਦਾ, ਆਪਣਾ ਰਾਜ ਚਲਾਉਣ ਵਾਸਤੇ ਖਾਲਸੇ ਦੀ ਮਦਦ ਲਈ ਉਸੇ ਵੇਲੇ ਖਾਲਸੇ ਨੂੰ ਵਜ਼ੀਰੀ ਭੇਜੀ ਕਿ ਅਸੀਂ ਵਜ਼ੀਰੀ ਦਿੰਦੇ ਹਾਂ, ਕੋਈ ਹੈ ਜਿਹੜਾ ਖਾਲਸਾ ਵਜ਼ੀਰ ਬਣੇ, ਵਜ਼ੀਰ ਬਣ ਕੇ ਸਾਡੇ ਨਾਲ ਮਿਲ ਕੇ ਚੱਲੇ। ਤੇ ਉਸ ਵੇਲੇ ਉਹ ਜਿਹੜੀ ਨਵਾਬੀ ਹੈ ਨਾ, ਉਹ ਫਿਰ ਨਵਾਬ ਕਪੂਰ ਸਿੰਘ ਜੀਆਂ ਨੂੰ ਦਿੱਤੀ ਗਈ। ਕਾਹਦੇ ਵਾਸਤੇ? ਵੀ ਤੁਸੀਂ ਸਾਡੇ ਨਾਲ ਮਿਲ ਕੇ ਚੱਲੋ, ਤੁਹਾਡੇ ਬਿਨਾਂ ਰਾਜ ਨਹੀਂ ਸਾਡਾ ਚੱਲ ਸਕਦਾ। ਮਹਾਰਾਜ ਕਹਿਣ ਲੱਗੇ ਸਾਡੇ ਖਾਲਸੇ ਨੂੰ ਕਿਸੇ ਦੇ ਸੰਗ ਦੀ ਲੋੜ ਨਹੀਂ ਹੈ। ਸਿੱਖਾਂ ਦਾ ਇਤਿਹਾਸ ਪੜ੍ਹ ਲਓ, ਜਿੰਨੀਆਂ ਜੰਗਾਂ ਲੜੀਆਂ, ਜਿੰਨੇ ਕਾਰਨਾਮੇ ਕੀਤੇ, ਇਕੱਲਿਆਂ ਨਹੀਂ ਕੀਤੇ, ਕਿਸੇ ਦੀ ਮਦਦ ਨਹੀਂ ਲਈ। ਭਾਵੇਂ ਜਮਰੌਦ ਦਾ ਕਿਲਾ ਜਿੱਤਣਾ ਤੇ ਭਾਵੇਂ ਅਫਗਾਨ ਜਿੱਤਣਾ ਹੈ, ਇਕੱਲੇ ਹੀ ਡਟ ਗਿਆ ਜਿੱਥੇ। ਪਰ ਦੁਨੀਆ ਦੀਆਂ ਵੱਡੀਆਂ ਵੱਡੀਆਂ ਬਲ ਵਾਲੀਆਂ ਜਿਹੜੀਆਂ ਫੌਜਾਂ ਸਨ ਉਹ ਖਾਲਸੇ ਦੀ ਮਦਦ ਲੈਂਦੀਆਂ। ਜ਼ਕਰੀਆ ਖਾਨ ਵਰਗੇ ਨਵਾਬੀ ਭੇਜਦੇ ਪਏ ਵੀ ਸਾਡੇ ਨਾਲ ਮਿਲ ਕੇ ਚੱਲੋ। ਅਤੇ ਇਸੇ ਤਰ੍ਹਾਂ ਜਦੋਂ ਸਾਰੀ ਧਰਤੀ ਤੇ ਭਾਵੇਂ ਅੰਗਰੇਜ਼ ਰਾਜ ਕਰਦਾ, ਹਿੰਦੁਸਤਾਨ ਦੀ ਧਰਤੀ ਤੇ ਵੀ ਅੰਗਰੇਜ਼ਾਂ ਦਾ ਰਾਜ ਹੈ, ਤੇ ਜਰਮਨ ਵਰਗੇ ਦੇਸ਼ਾਂ ਦੇ ਨਾਲ ਜੰਗ ਲੱਗੀ ਤੇ ਉਹ ਸਾਡੇ ਸਿੱਖਾਂ ਦੇ ਨੌਜਵਾਨ ਲੜਕੇ ਲੈ ਕੇ ਨਾਲ ਗਏ, ਤੁਸੀਂ ਸਾਡੇ ਵਾਸਤੇ ਲੜੋ ਜੰਗ ਮੈਦਾਨ ਦੇ ਵਿੱਚ, ਅਸੀਂ ਤੁਹਾਨੂੰ ਆਜ਼ਾਦੀ ਦੇਵਾਂਗੇ। ਪੂਰੀ ਦੁਨੀਆ ਤੇ ਰਾਜ ਕਰਨ ਵਾਲੀ ਕੌਮ ਜਿਹੜੀ ਹੈ ਉਸ ਨੂੰ ਵੀ ਸਾਡੇ ਖੂਨ ਦੀ ਲੋੜ ਪਈ ਹੈ, ਸਾਡੀ ਬਹਾਦਰੀ ਦੀ ਲੋੜ ਪਈ ਹੈ। ਸਾਡੇ ਬਿਨਾਂ ਤੇ ਉਹ ਵੀ ਜੰਗ ਨਹੀਂ ਜਿੱਤ ਸਕੇ। ਇਹ ਐਸੀ ਬਹਾਦਰ ਕੌਮ ਮਹਾਰਾਜ ਨੇ ਬਣਾਈ ਹੈ। ਇਹਨਾਂ ਦੀ ਲੋੜ ਤੇ ਮੁਗਲਾਂ ਨੂੰ ਵੀ ਪਈ ਹੈ। ਮੁਸਲਮਾਨ ਵੀ ਆਖਦੇ ਨਵਾਬੀ ਲੈ ਲਓ ਤੇ ਸਾਡੇ ਨਾਲ ਮਿਲ ਜਾਓ। ਇਹਨਾਂ ਦੀ ਲੋੜ ਤੇ ਅੰਗਰੇਜ਼ਾਂ ਨੂੰ ਵੀ ਪੈ ਗਈ ਹੈ ਵੀ ਸਾਡੇ ਨਾਲ ਆ ਕੇ ਜੰਗ ਲੜੋ, ਦੁਸ਼ਮਣ ਨੂੰ ਮਾਰੀਏ ਤੇ ਅਸੀਂ ਤੁਹਾਨੂੰ ਆਜ਼ਾਦੀ ਦੇਵਾਂਗੇ। ਕਹਿਣ ਲੱਗੇ ਵੀ ਐਸੀ ਕੌਮ ਹੈ ਮਹਾਰਾਜ ਨੇ ਪੈਦਾ ਕੀਤੀ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹਨਾਂ ਨੂੰ ਕਿਸੇ ਦੇ ਸੰਗ ਦੀ ਲੋੜ ਨਹੀਂ, ਇਹ ਇਕੱਲੇ ਇਕੱਲੇ ਹੀ ਬਾਦਸ਼ਾਹ ਨੇ, ਤੇ ਜਿਹੜੇ ਮੈਦਾਨ ਨੂੰ ਪ੍ਰਾਪਤ ਕਰਨਗੇ ਫਤਿਹ ਕਰਕੇ ਮੁੜਨਗੇ। ਪਰ ਇਹਨਾਂ ਦੀ ਮਦਦ ਦੁਨੀਆ ਲਵੇਗੀ, ਦੁਨੀਆ ਇਹਨਾਂ ਦੀ ਮਦਦ ਬਿਨਾਂ ਨਹੀਂ ਚੱਲ ਸਕਦੀ, ਪਰ ਇਹ ਕਿਸੇ ਦੀ ਮਦਦ ਦੇ ਅਧੀਨ ਨਹੀਂ ਹਨ। ਸਿੰਘ ਬਿਨਾਂ ਮਿਲ ਹਰਖੈ ਨਹੀਂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਦੋਂ ਸਿੱਖ ਨੂੰ ਸਿੱਖ ਮਿਲੇਗਾ ਨਾ, ਉਦੋਂ ਬੜੇ ਖੁਸ਼ ਹੋਣਗੇ, ਇੱਕ ਦੂਜੇ ਨੂੰ ਮਿਲਣਗੇ ਦੂਰੋਂ ਆਉਂਦਿਆਂ ਵੇਖ। ਤੇ ਗੁਰਮੁਖੋ ਜਦੋਂ ਕੋਈ ਅੰਮ੍ਰਿਤਧਾਰੀ ਸਿੱਖ ਨੂੰ ਦੂਜਾ ਅੰਮ੍ਰਿਤਧਾਰੀ ਸਿੱਖ ਮਿਲਦਾ ਨਾ, ਭਾਵੇਂ ਉਹ ਕਿਸੇ ਦੂਜੇ ਦੇਸ਼ ਦਾ ਹੀ ਹੋਵੇ, ਭਾਵੇਂ ਉਹ ਕਿਸੇ ਦੂਜੇ ਇਲਾਕੇ ਦਾ ਹੀ ਹੋਵੇ, ਭਾਵੇਂ ਉਹ ਕਦੇ ਜ਼ਿੰਦਗੀ 'ਚ ਮਿਲਿਆ ਹੀ ਨਾ ਹੋਵੇ, ਕਿ ਉੱਥੇ ਚੜ੍ਹਦੀ ਕਲਾ ਦੇ ਵਿੱਚ ਫਤਿਹ ਬੁਲਾਉਂਦੇ, ਮਿਲਦੇ ਇੱਕ ਦੂਜੇ ਦੇ। ਇਹਨਾਂ ਤੋਂ ਬਿਨਾਂ ਦੁਨੀਆ ਵਿੱਚ ਬੜੀਆਂ ਕੌਮਾਂ ਨੇ, ਬੜੀਆਂ ਕੌਮਾਂ ਦੇ ਬੜੇ ਲੋਕ ਨੇ, ਜਦੋਂ ਆਪਸ ਵਿੱਚ ਉਹ ਮਿਲਦੇ ਹੀ ਨਹੀਂ, ਬੁਲਾਉਂਦੇ ਨਹੀਂ, ਇੱਕ ਦੂਜੇ ਦੇ ਕੋਲੋਂ ਲੰਘ ਜਾਣਗੇ, ਬੁਲਾਉਂਦੇ ਕੋਈ ਨਹੀਂ ਇੱਕ ਦੂਜੇ ਨੂੰ। ਹਿੰਦੂ ਕੋਲੋਂ ਹਿੰਦੂ ਲੰਘ ਜਾਂਦਾ, ਮੁਸਲਮਾਨ ਕੋਲੋਂ ਮੁਸਲਮਾਨ ਲੰਘ ਜਾਂਦਾ ਹੈ। ਇਸੇ ਤਰ੍ਹਾਂ ਹੋਰ ਕਈ ਕੌਮਾਂ ਨੇ, ਪਾਰਸੀ ਨੇ, ਗੋਰੇ ਨੇ, ਨੇਪਾਲੀ ਨੇ, ਕਾਲੇ ਨੇ, ਅਫਗਾਨੀ ਨੇ, ਇੱਕ ਦੂਜੇ ਦੀ ਕੋਲ ਦੀ ਲੰਘ ਜਾਂਦੇ। ਕਿਸੇ ਨੂੰ ਹੈਲੋ ਸਲਾਮ ਨਹੀਂ ਹੈ, ਕਿਸੇ ਨੂੰ ਪੁੱਛਿਆ ਨਹੀਂ ਜਾਂਦਾ ਤੂੰ ਕੌਣ ਤੇ ਕਿੱਥੋਂ ਆਇਆ। ਪਰ ਗੁਰਮੁਖੋ ਇਹ ਮਹਾਰਾਜ ਦਾ ਖਾਲਸਾ ਇਹੋ ਜਿਹਾ ਵੀ ਜੇ ਇੱਕ ਅੰਮ੍ਰਿਤਧਾਰੀ ਸਿੱਖ ਨੂੰ ਦੂਜਾ ਮਿਲੇਗਾ ਤੇ ਆਗੇ ਆਵਤ ਸਿੰਘ ਜੋ ਪਾਵੇ
ਵਾਹਿਗੁਰੂ ਜੀ ਕੀ ਫਤਿਹ। ਉਥੇ ਫਤਿਹ ਦਾ ਬੋਲਬਾਲਾ ਜ਼ਰੂਰ ਸਾਂਝਾ ਹੁੰਦਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸਾਡਾ ਖਾਲਸਾ ਜਦੋਂ ਇੱਕ ਨੂੰ ਦੂਜਾ ਸਿੱਖ ਮਿਲਿਆ ਕਰੇਗਾ ਨਾ ਤੇ ਇੱਕ ਦੂਜੇ ਨੂੰ ਮਿਲ ਕੇ ਖੁਸ਼ ਹੋਇਆ ਕਰਨਗੇ, ਬੁਲਾਇਆ ਕਰਨਗੇ, ਹਾਲ ਚਾਲ ਪੁੱਛਿਆ ਕਰਨਗੇ। ਇਹ ਐਸਾ ਪੰਥ ਮਹਾਰਾਜ ਨੇ ਤੋਰਿਆ ਹੈ। ਮਨ ਮੇਲਨ ਤੋ ਹੋਏ ਕਹਾਂ ਹੀ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮਨ ਮੇਲਣ ਤੇ ਹੋਏ ਕਹਾਂ ਹੀ। ਇਹ ਜਿਹੜੇ ਸਾਡੇ ਸਿੱਖ ਹੋਣਗੇ ਭਾਈ, ਇਹ ਕਿਸੇ ਹੋਰ ਦੇ ਨਾਲ ਮਨ ਮੇਲਣਾ ਤੇ ਕਿਤੇ ਰਿਹਾ, ਕਿਸੇ ਹੋਰ ਦੇ ਨਾਲ ਨਹੀਂ ਇਹ ਮਨ ਮੇਲਣਗੇ, ਦੂਸਰੇ ਤੀਜੇ ਦੇ ਨਾਲ। ਜਦੋਂ ਵੀ ਇਹਨਾਂ ਦੇ ਮਨ ਮਿਲਣਗੇ ਆਪਸ ਵਿੱਚ ਹੀ ਮਿਲਣਗੇ, ਖਾਲਸੇ ਦੇ ਨਾਲ ਹੀ ਮਿਲਦੇ ਹਨ। ਰਹਾ ਹੈ ਮਗਨ ਪ੍ਰਵਾਹ ਨ ਕਾਹੂ। ਇਹ ਆਪਣੇ ਕੰਮ ਦੇ ਵਿੱਚ ਹੀ ਮਗਨ ਰਹਿਣਗੇ, ਕਿਸੇ ਦੀ ਕੋਈ ਪ੍ਰਵਾਹ ਨਹੀਂ ਮੰਨਣਗੇ, ਕਿਸੇ ਦੀ ਪ੍ਰਵਾਹ ਨਹੀਂ ਹੈ। ਆਪਣੇ ਕੰਮ ਦੇ ਵਿੱਚ ਮਗਨ ਰਹਿਣਗੇ, ਮਸਤ ਰਹਿਣਗੇ, ਕਿਉਂਕਿ ਕਿਸੇ ਦਾ ਡਰ ਹੀ ਨਹੀਂ ਹੈ, ਕਿਸੇ ਦਾ ਭੈ ਹੀ ਕੋਈ ਨਹੀਂ ਹੈ। ਐਸਾ ਅਸੀਂ ਖਾਲਸਾ ਪੈਦਾ ਕੀਤਾ ਹੈ। ਭੂਪ ਬਿਨਾ ਭੂਪਤ ਮਦ ਮਾਹੂ। ਕਹਿਣ ਲੱਗੇ ਜਿਵੇਂ ਕੋਈ ਰਾਜਾ ਧਰਤੀ ਨਾ ਹੋਵੇ ਪਰ ਫਿਰ ਵੀ ਰਾਜ ਦਾ ਗੁਮਾਨ ਰੱਖੇ, ਕਹਿਣ ਲੱਗੇ ਬਿਲਕੁਲ ਇਸੇ ਤਰ੍ਹਾਂ ਸਾਡਾ ਖਾਲਸਾ ਜਿਹੜਾ ਹੈ, ਭਾਵੇਂ ਕਦੇ ਕੋਈ ਸਮਾਂ ਆਵੇ ਵੀ ਇਹਨਾਂ ਕੋਲ ਰਾਜ ਨਾ ਹੋਵੇ ਪਰ ਤਾਂ ਵੀ ਰਾਜਿਆਂ ਵਰਗਾ ਇਹਨਾਂ ਦਾ ਸੁਭਾਅ ਰਹੇਗਾ। ਰਾਜ ਤੋਂ ਬਿਨਾਂ ਵੀ ਰਾਜਿਆਂ ਵਰਗੀ ਮਦਹੋਸ਼ੀ ਰਹੇਗੀ ਇਹਨਾਂ ਦੇ, ਰਾਜਿਆਂ ਵਰਗੀ ਖੁਮਾਰੀ ਰਹੇਗੀ, ਰਾਜਿਆਂ ਵਰਗਾ ਜਜ਼ਬਾ ਰਹੇਗਾ। ਨਾ ਵੀ ਕੁਲ ਕੋਝ ਹੁੰਦਿਆਂ ਹੋਇਆਂ ਤਾਂ ਵੀ ਆਪਣੇ ਆਪ ਨੂੰ ਰਾਜੇ ਹੀ ਮਹਿਸੂਸ ਕਰਨਗੇ। ਐਸੇ ਅਸੀਂ ਇਹਨਾਂ ਨੂੰ ਬਣਾਇਆ ਹੈ। ਦੋਨੋਂ ਸਮੇਂ ਸੁਚੇਤਾ ਕਰੋ। ਅਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਦੋਨੇ ਸਮੇਂ ਇਸ਼ਨਾਨ ਇਤਿਆਦਿ ਕਰਕੇ ਤੇ ਸਾਵਧਾਨ ਤੇ ਸੁਚਮਤਾ ਹੀ ਰੱਖਣੀ ਹੈ ਸਰੀਰ ਦੀ। ਇਹ ਮਹਾਰਾਜ ਦੇ ਬਚਨ। ਦੋਨੇ ਸਮੇਂ ਸੁਚੇਤਾ ਰੱਖਣਾ, ਸਫਾਈ ਰੱਖਣੀ ਹੈ, ਇਸ਼ਨਾਨ ਦਾ ਪਹਿਰਾ ਰੱਖਣਾ, ਸੁਚਮ ਰੱਖਣੀ ਹੈ। ਭਾਂਤ ਭਾਂਤ ਤਨ ਸ਼ਸਤਰਨ ਤੇ ਧਰੋ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਰੰਗ ਬਰੰਗੇ ਸ਼ਸਤਰ ਪਾ ਕੇ ਰੱਖਣੇ ਨੇ ਆਪਣੇ ਸਰੀਰ ਦੇ ਉੱਪਰ। ਤੇ ਗੁਰਮੁਖੋ ਅੱਜ ਵੀ ਆਪਾਂ ਨੂੰ ਨਿਹੰਗ ਸਿੰਘ ਮਿਲ ਜਾਂਦੇ ਨੇ, ਗੁਰੂ ਕੇ ਬਾਣੇ ਵਾਲੇ ਸਿੰਘ, ਹੱਥ ਵਿੱਚ ਬਰਛਾ ਫੜਿਆ ਤੇ ਗਲ ਦੇ ਵਿੱਚ ਉਹਨਾਂ ਨੇ ਸਰੀ ਸਾਹਿਬ ਪਹਿਨੀ ਹੈ, ਕਿਸੇ ਨੇ ਗੰਡਾਸੀ ਪਾਈ ਹੈ, ਕੋਈ ਕੁਹਾੜੀ ਬੱਧੀ ਫਿਰਦਾ। ਆਪਾਂ ਨੂੰ ਵੇਖ ਕੇ ਲੱਗਦਾ ਵੀ ਐਵੇਂ ਇਹਨਾਂ ਨੇ ਭਾਰ ਚੁੱਕਿਆ ਹੈ, ਕੀ ਬਣਾਈ ਫਿਰਦੇ ਆ, ਇੱਥੇ ਯੁੱਗ ਕਿੱਥੋਂ ਦਾ ਕਿੱਥੇ ਪਹੁੰਚ ਗਿਆ। ਪਰ ਗੁਰਮੁਖੋ ਗੁਰੂ ਦੇ ਬਚਨ ਨੇ ਵੀ ਸ਼ਸਤਰ ਤਰ੍ਹਾਂ ਤਰ੍ਹਾਂ ਦੇ ਕੋਲ ਰੱਖਣੇ ਨੇ। ਹਥਿਆਰ ਉਹੀ ਹੈ ਜਿਹੜਾ ਮੌਕੇ ਦੇ ਕੰਮ ਆ ਜਾਵੇ। ਮੌਕੇ ਤੇ ਛੋਟਾ ਹਥਿਆਰ ਵੀ ਕਈ ਵਾਰ ਵੱਡੇ ਕਾਰਨਾਮੇ ਕਰ ਜਾਂਦਾ। ਸੋ ਐਸੇ ਹਥਿਆਰ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਕਿ ਤੁਸੀਂ ਆਪਣੇ ਕੋਲ ਰੱਖਣੇ ਨੇ। ਉਹਦੇ ਨਾਲ ਤੁਸੀਂ ਆਪਣਾ ਵੀ ਬਚਾਅ ਕਰੋਗੇ, ਦੁਸ਼ਮਣ ਨੂੰ ਵੀ ਭੈ ਦੇਵੋਗੇ। ਐਸੀਆਂ ਦਾਤਾਂ ਮਹਾਰਾਜ ਨੇ ਬਖਸ਼ੀਆਂ ਹਨ। ਸ਼ਮਸ਼ ਕੇਸ ਤੇ ਸ਼ੁਭਤ ਵਿਸਾਲੇ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਕੇਸਾਂ ਨੂੰ ਜ਼ਰੂਰ ਰੱਖਣਾ ਹੈ। ਕੇਸਾਂ ਦੇ ਨਾਲ ਤੁਹਾਡੀ ਟੌਰ ਬਣਿਆ ਕਰੇਗੀ, ਕੇਸ ਤੁਹਾਡੀ ਪਹਿਚਾਨ ਬਣਨਗੇ, ਕੇਸ ਹੀ ਤੁਹਾਡੀ ਸਰਦਾਰੀ ਬਣਨਗੇ। ਤੁਸੀਂ ਕੇਸਾਂ ਦੇ ਨਾਲ ਸ਼ੋਭਾ ਪਾਓਗੇ, ਕੇਸਾਂ ਦੇ ਨਾਲ ਨਾਲ ਸ਼ਸਤਰ ਧਾਰੀ ਵੀ ਹੋਣਾ ਹੈ। ਤੇ ਗੁਰਮੁਖੋ ਅੱਜ ਕੋਈ ਮਹਾਰਾਜ ਦਾ ਸਿੰਘ, ਕੋਈ ਕੇਸਾ ਧਾਰੀ, ਕੋਈ ਸ਼ਸਤਰ ਧਾਰੀ ਹੋਵੇ ਨਾ ਤੇ ਦੁਨੀਆ ਭੈ ਖਾਂਦੀ ਹੈ ਕੋਲ ਜਾਣ ਤੋਂ, ਨੇੜੇ ਜਾਣ ਤੋਂ। ਐਸਾ ਭੈ ਇਹ ਦੁਸ਼ਮਣ ਦੇ ਮਨ ਵਿੱਚ, ਵਿਰੋਧੀਆਂ ਦੇ ਮਨ ਵਿੱਚ ਬਣਿਆ ਹੀ ਹੋਇਆ। ਸੋ ਇਹ ਮਹਾਰਾਜ ਦੀ ਚੜ੍ਹਦੀ ਕਲਾ ਦਾ ਪ੍ਰਤੀਤ ਹੈ। ਆ ਥੋੜੇ ਦਿਨ ਪਹਿਲਾਂ ਪਟਿਆਲੇ ਦੇ ਵਿੱਚ ਘਟਨਾ ਵਾਪਰੀ ਨਾ, 2-4 ਦਿਨ ਪਹਿਲਾਂ। ਤੇ ਇੱਕ ਸਿੰਘ ਤੁਰਿਆ ਜਾਂਦਾ, ਹੱਥ ਵਿੱਚ ਡੰਡਾ ਫੜਿਆ, ਤੇ ਦੂਸਰੇ ਪਾਸੇ ਇੱਕ ਵਿਅਕਤੀ ਆਇਆ, ਉਹਦੇ ਹੱਥ ਵਿੱਚ ਤਲਵਾਰ ਫੜੀ ਹੈ। ਉਹਨੇ ਤਲਵਾਰ ਦਾ ਵਾਰ ਕੀਤਾ ਸਿੱਖ ਦੇ ਉੱਪਰ, ਤੇ ਸਿੱਖ ਦੇ ਕੋਲ ਡੰਡਾ ਸੀ, ਉਹਨੇ ਡੰਡੇ ਦੇ ਨਾਲ ਆਪਣੇ ਆਪ ਨੂੰ ਬਚਾ ਲਿਆ। ਜਦੋਂ ਉਹਨੇ ਵੇਖਿਆ ਵੀ ਇਹਨੇ ਆਪਣੇ ਆਪ ਨੂੰ ਬਚਾ ਲਿਆ ਤੇ ਮੇਰੀ ਤਲਵਾਰ ਨੇ ਕੁਝ ਨਹੀਂ ਕੀਤਾ, ਤੇ ਉਹ ਗਸ਼ ਖਾ ਕੇ ਉੱਥੇ ਹੀ ਡਿੱਗ ਪਿਆ ਵੀ ਹੁਣ ਮੇਰੀ ਵਾਰੀ ਆ ਗਈ। ਭੈ ਹੀ ਇੰਨਾ, ਡਰ ਹੀ ਇੰਨਾ ਵੀ ਡੰਡੇ ਨਾਲ ਉਹ ਆਪਣੇ ਆਪ ਨੂੰ ਬਚਾ ਗਿਆ ਤੇ ਤਲਵਾਰ ਵਾਲਾ ਭੈ ਖਾ ਕੇ ਹੀ ਡਿੱਗ ਪਿਆ ਵੀ ਹੁਣ ਮੈਨੂੰ ਇਹ ਛੱਡੇਗਾ ਨਹੀਂ। ਇਹ ਚੜ੍ਹਦੀ ਕਲਾ ਜਿਹੜੀ ਹੈ ਨਾ, ਇਹ ਖੌਫ ਜਿਹੜਾ ਇਹ ਮਹਾਰਾਜ ਨੇ ਖਾਲਸੇ ਦੇ ਵਿੱਚ ਭਰਿਆ ਹੈ। ਇਹਨੂੰ ਵੇਖ ਕੇ ਡਰ ਹੀ ਲੱਗਦਾ, ਹਰੇਕ ਹੀ ਡਰਦਾ ਹੈ ਵੀ ਇਹ ਹੁਣ ਜਦੋਂ ਪਲਟਵਾਰ ਕਰੇਗਾ ਤੇ ਮੈਨੂੰ ਇੱਥੋਂ ਦੁਨੀਆ ਤੋਂ ਕੂਚ ਕਰਵਾ ਦੇਗਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸਾਡੇ ਸਿੱਖ ਜਿਹੜੇ ਨੇ ਉਹ ਬਹੁਤ ਜ਼ਿਆਦਾ ਸ਼ਸਤਰ ਧਾਰੀ ਅਤੇ ਸੂਰਮੇ ਹਨ। ਬੰਕੇ ਵੀਰ ਹਠੀ ਮੁਛਿਆਲੇ। ਇਹ ਬਾਂਕੇ ਨੌਜਵਾਨ ਹੋਣਗੇ, ਵੀਰ ਰਸੀ ਹੋਣਗੇ, ਤੇ ਕੁੰਡੀਆਂ ਮੁੱਛਾਂ ਇਹਨਾਂ ਦੀਆਂ ਹੁੰਦੀਆਂ ਹਨ। ਸਜੈ ਤੁਰੰਗ ਅਰੂਢੈ ਐਸੇ। ਅਤੇ ਇਹ ਘੋੜਿਆਂ ਦੇ ਉੱਪਰ ਚੜ੍ਹ ਕੇ ਇਸ ਤਰ੍ਹਾਂ ਸਵਾਰ ਹੋ ਕੇ ਜਾਇਆ ਕਰਨਗੇ। ਹਿੰਦੂ ਤੁਰਕ ਨ ਕਬ ਹੋਏ ਕੈਸੇ। ਇਹਨਾਂ ਵਰਗਾ ਕੋਈ ਦੂਜਾ ਹੋਵੇਗਾ ਹੀ ਨਹੀਂ। ਭਾਵੇਂ ਕੋਈ ਹਿੰਦੂ ਹੈ, ਕੋਈ ਮੁਸਲਮਾਨ ਹੈ, ਕੋਈ ਈਸਾਈ ਹੈ, ਬੋਧੀ ਹੈ, ਜੈਨੀ ਹੈ,
ਨੇਪਾਲੀ ਹੈ, ਬੰਗਾਲੀ ਹੈ, ਕੋਈ ਵੀ ਹੈ, ਘੋੜੇ ਤੇ ਕੋਈ ਵੀ ਚੜ ਜਾਵੇ, ਉਹਨਾਂ ਦੇ ਘੋੜੇ ਤੇ ਚੜਿਆਂ ਦੀ ਉਨੀ ਟੌਰ ਨਹੀਂ ਬਣੇਗੀ ਜਿੰਨੀ ਟੌਰ ਇਹਨਾਂ ਦੀ ਬਣੇਗੀ ਘੋੜੇ ਤੇ ਚੜਿਆਂ। ਜਦੋਂ ਸ਼ਸਤਰ ਸਜਾ ਕੇ ਕੇਸਾਂ ਨੂੰ ਧਾਰਨ ਕਰਕੇ ਘੋੜਸਵਾਰੀ ਘੋੜੇ ਤੇ ਚੜਨਗੇ ਤੇ ਇਹਨਾਂ ਵਰਗੀ ਉਸ ਵੇਲੇ ਰਫਤਾਰ, ਦਸਤਾਰ, ਗੁਫਤਾਰ ਕਿਸੇ ਦੀ ਨਹੀਂ ਹੋਵੇਗੀ। ਐਸਾ ਟੌਰ ਇਹਨਾਂ ਦਾ ਹੋਵੇਗਾ, ਇਹਨਾਂ ਵਰਗਾ ਕੋਈ ਨਹੀਂ ਹੈ। ਸ਼ਸਤਰ ਸਜਾਏ ਗੁਰੂ ਕੋ ਦਰਸੈ, ਸ਼ਸਤਰ ਸਜਾ ਕੇ ਗੁਰੂ ਦੇ ਦਰਸ਼ਨ ਕਰਨਗੇ। ਏਰ ਪੰਥ ਕੋ ਅਦਭੁਤ ਹਰਸ਼ੈ, ਅਤੇ ਪੰਥ ਨੂੰ ਵੇਖ ਕੇ ਕਹਿਣ ਲੱਗੇ ਬੜੇ ਪ੍ਰਸੰਨ ਹੋਣਗੇ। ਰਟੈ ਰੈਨ ਦਿਨ ਸ੍ਰੀ ਗੁਰਬਾਣੀ, ਸਤਿਗੁਰਾਂ ਦੇ ਮੁਖ ਤੋਂ ਬਚਨ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਗੁਰਮੁਖੋ। ਇਹ ਬਚਨ ਕੋਈ ਐਵੇਂ ਨਹੀਂ, ਗੁਰੂ ਗੋਬਿੰਦ ਸਿੰਘ ਆਪ ਕਹਿ ਰਹੇ ਨੇ ਸਾਡੇ ਸਿੱਖ ਦਿਨੇ ਰਾਤ ਬਾਣੀ ਪੜਿਆ ਸਭ ਕਰਨਗੇ ਤੇ ਅਤ ਸ੍ਰੇਸ਼ਟ ਸੁਖ ਖਾਨੀ, ਅਤੇ ਸਾਰਿਆਂ ਤੋਂ ਇਹ ਸ੍ਰੇਸ਼ਟ ਹੋਣਗੇ ਤੇ ਸੁਖ ਇਹਨਾਂ ਦੀ ਝੋਲੀ ਸਾਰੇ ਅਸੀਂ ਪਾਵਾਂਗੇ। ਜਿਹੜਾ ਸਾਡਾ ਸਿੱਖ ਬਾਣੀ ਤੇ ਬਾਣੇ ਵਿੱਚ ਪਰਪੱਕ ਰਵੇਗਾ, ਜਿਹੜਾ ਗੁਰੂ ਦੀ ਮਰਿਆਦਾ ਵਿੱਚ ਚੱਲੇਗਾ, ਉਹਨੂੰ ਸਾਰੇ ਸੁਖ ਅਸੀਂ ਬਖਸ਼ਿਸ਼ ਕਰਾਂਗੇ। ਐਸੀ ਚੜ੍ਹਦੀ ਕਲਾ ਦੀ ਦਾਤ ਉਹਨੂੰ ਦੇਵਾਂਗੇ। ਸੋ ਅੱਗੇ ਮਹਾਰਾਜ ਇੱਕ ਨਵਾਂ ਕੌਤਕ ਕਰਨਗੇ, ਉਹ ਸਾਖੀ ਆਪਾਂ ਕੱਲ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਲੇਖਾ ਕਤਹਿ ਨਾ ਛੂਟੀਐ, ਬਖਸ਼ਣਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋ ਕੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ।